ਗਿਆਨ ਧਿਆਨ ਕਿਛ ਕਰਮ ਨ ਜਾਣਾ। ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਿਰਪਾ ਕੀਜੈ ਦਾਸ ਪਰ ਕਿਰਪਾ 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 ਕੀਜੈ ਦਾਸ ਪਰ ਕੁੰਟ ਨਿਵਾਉ ਚਾਰ। ਨਾਮ ਤਿਹਾਰੋ ਜੋ ਜਪੈ ਪੈ ਸਿੰਧ ਭਵ ਪਾਰ। ਦੁਕਾਲੰ ਪਰਨਾਸੀ ਦਿਆਲੰਗ ਸਰੂਪੇ। ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ। ਸਦਾ ਅੰਗ ਸੰਗੇ ਅਪੰਗੰ ਬੇਭੂਤੇ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ। ਸਤਰ ਅਨੇਕ ਚਲਾਵਤ ਕਹਾਵਤੋਂ ਤਨ ਏਕ ਨ ਲਾਗਨ ਪਾਵੇ। ਰਾਖਤ ਹੈ ਆਪਨੋ ਕਰ ਦੈ ਕਰ ਪਾਪ ਸੰਭੂ ਨਾ ਭੇਟਨ ਪਾਵੇ। और की बात कहाँ कहे तो सो पेट ही के पट बीज बचावे। वासी हिंद दे सुसरी वांग सुते। बई सुती अणख जमीर पंजाबियां दी। देश उत्ते लटेरियां पागलवान ओए लुट्टी जार जगीर पंजाबियां दी। कैदों बने तमूर दे आन वारस। कैदों बने तमूर दे आन वारस। ओए सांभी खेड़िया हीर पंजाबियां दी। अन्नी लुट मचाई ते खो खादी। अन्नी लुट मचाई ते खो खादी। बई कुत्ते बिल्लियां खीर पंजाबियां दी। साज खालसा खंडे दी धार विचों साज खालसा खंडे दी धार विचों पई ऐसी खिची तस्वीर पंजाबियां दी। बाजां वाले वसाखी दे खास मौके बाजां वाले वसाखी दे खास मौके। भाई बदल दिती तकदीर पंजाबियां दी। बाजां वाले वसाखी दे खास मौके बदल दिती तकदीर पंजाबियां दी। ते बदल दिती तकदीर पंजाबियां दी।
ਜਦ ਵੀ ਧਰਮ ਦਾ ਕੀਦੇ ਵਿਰੋਧ ਹੋਇਆ, ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ। ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ। ਤੇਗ ਸਿਦਕ ਤੇ ਅਣਖ ਦੀ ਲੈ ਗੁੜਤੀ, ਦੇਹਾਂ ਫੇਰ ਹੀ ਤਾਰੀਆਂ ਖਾਲਸੇ ਨੇ। ਮੌਤ ਖਾਲਸੇ ਤੋਂ ਜੀਵਨ ਮੰਗਦੀ ਏ, ਤੇਗਾਂ ਮੌਤ ਨੂੰ ਮਾਰੀਆਂ ਖਾਲਸੇ ਨੇ। ਜਦ ਵੀ ਧਰਮ ਦਾ ਕੀਦੇ ਵਿਰੋਧ ਹੋਇਆ, ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ। ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ। ਤੇਗ ਸਿਦਕ ਤੇ ਅਣਖ ਦੀ ਲੈ ਗੁੜਤੀ, ਦੇਹਾਂ ਫੇਰ ਹੀ ਤਾਰੀਆਂ ਖਾਲਸੇ ਨੇ। ਮੌਤ ਖਾਲਸੇ ਤੋਂ ਜੀਵਨ ਮੰਗਦੀ ਏ, ਤੇਗਾਂ ਮੌਤ ਨੂੰ ਮਾਰੀਆਂ ਖਾਲਸੇ ਨੇ। ਜਿਉਣਾ ਜੋਧਿਆਂ ਦਾ ਮਰਦਾਂ ਵਾਂਗ ਮਰਨਾ, ਮੁੱਢੋਂ ਰਿਆ ਨਿਸ਼ਾਨਾ ਹੈ ਖਾਲਸੇ ਦਾ। ਚੜ੍ਹਦੀ ਕਲਾ ਸਰਬੱਤ ਦੇ ਭਲੇ ਵਾਲਾ, ਉੱਚਾ ਸੁੱਚਾ ਤਰਾਨਾ ਹੈ ਖਾਲਸੇ ਦਾ। ਸੀਸ ਤਲੀ ਤਰਮਾਹੀ ਦੀ ਗਲੀ ਜਾਣਾ, ਰੱਬੀ ਰੂਪ ਖਜ਼ਾਨਾ ਹੈ ਖਾਲਸੇ ਦਾ। ਜੀ ਦੀ ਸ਼ੋਅ ਪੀਂਗੇ ਚਿੜੀਆਂ ਬਾਜ ਮਾਰੇ, ਅੰਮ੍ਰਿਤਮਈ ਖਜ਼ਾਨਾ ਹੈ ਖਾਲਸੇ ਦਾ। ਸ਼ਾਂਤਮਈ ਰਹਿਣਾ ਨਿਰਾ ਸਿੱਖਿਆ ਨਹੀਂ, ਲੜੇ ਖਾਲਸਾ ਤੇਗ ਦੀ ਧਾਰ ਬਣ ਕੇ। ਇਹਨੂੰ ਪਿਤਾ ਦਸ਼ਮੇਸ਼ ਨੇ ਸਾਜਿਆ ਏ, ਗੱਜੇ ਜੰਗ ਵਿੱਚ ਜੀਤ ਜੁਝਾਰ ਬਣ ਕੇ। ਸੋਹਣਾ ਫੁੱਲ ਗੁਲਾਬ ਦਾ ਮਿੱਤਰਾਂ ਲਈ, ਵੱਜੇ ਵੈਰੀਆਂ ਨੂੰ ਤਿੱਖਾ ਤਾਰ ਬਣ ਕੇ। 1.25 ਲੱਖ ਨਾਲ ਖਾਲਸਾ ਲੜੇ ਕੱਲਾ, ਗੱਜੇ ਜੰਗ ਵਿੱਚ ਸ਼ਾਹ ਸਵਾਰ ਬਣ ਕੇ। ਚਾੜੇ ਚਰਖੜੀ ਆਰਿਆਂ ਚੀਰ ਛੱਡੇ, ਬੰਦ ਬੰਦ ਕਟਵਾਏ ਤੇ ਖਾਲਸੇ ਨੇ। ਇੱਟਾਂ ਹੱਡੀਆਂ ਮਿੱਝ ਦਾ ਲਾਗਾਰਾ, ਕੌਮੀ ਮਹਿਲ ਬਣਾਏ ਤੇ ਖਾਲਸੇ ਨੇ। ਸ਼ਾਨ ਖਾਲਸੇ ਦੀ ਉੱਚੀ ਜੱਗ ਨਾਲੋਂ, ਸੀਸ ਤਲੀ ਟਿਕਾਏ ਤੇ ਖਾਲਸੇ ਨੇ। ਧਰਤੀ ਡੋਲ ਗਈ ਅਰਸ਼ ਵੀ ਕਰੇ ਸਜਦਾ, ਅਟਕ ਜਾਏ ਟਿਕਾਏ ਤੇ ਖਾਲਸੇ ਨੇ। ਬਿਜਲੀ ਅਜੇ ਵੀ ਸਿੰਘਾਂ ਦੀ ਤੇਗ ਅੰਦਰ, ਅਣਖੀ ਅਜੇ ਵੀ ਖੰਡਾ ਹੈ ਖਾਲਸੇ ਦਾ। ਧਰਤੀ ਪੂਜਦੀ ਅਰਸ਼ ਵੀ ਕਰੇ ਸਜਦਾ, ਉੱਚਾ ਝੁੱਲਦਾ ਝੰਡਾ ਏ ਖਾਲਸੇ ਦਾ। ਜਿੱਥੇ ਸੱਚ ਤੇ ਝੂਠ ਦੀ ਪਰਖ ਹੁੰਦੀ ਓਏ, ਜਿੱਥੇ ਸੱਚ ਤੇ ਝੂਠ ਦੀ ਪਰਖ ਹੁੰਦੀ, ਬੋਲ ਤੋੜ ਦਾ ਕੰਡਾ ਏ ਖਾਲਸੇ ਦਾ। ਜੀ ਦੀ ਲੋਅ ਤੋਂ ਜੱਗ ਨੂੰ ਮਿਲੇ ਚਾਨਣ, ਉੱਚਾ ਝੁੱਲਦਾ ਝੰਡਾ ਏ ਖਾਲਸੇ ਦਾ। ਉੱਚਾ ਝੁੱਲਦਾ ਝੰਡਾ ਏ ਖਾਲਸੇ ਦਾ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਮਾਈ ਭਾਈ ਸਰਬੱਤ ਸਾਧ ਸੰਗਤ, ਸਭ ਤੋਂ ਪਹਿਲੇ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ, ਜੋੜੀਏ ਹੱਥ ਖਾਲਸਾ ਜੀ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆਪ ਵੱਡ ਭਾਗੀ ਹੋ, ਇਸ ਪਾਵਨ ਪਵਿੱਤਰ ਅਸਥਾਨ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਲਵਾ ਰਹੇ ਹੋ, ਆਪਣੇ ਜਨਮ ਨੂੰ ਸਫਲਾ ਕਰ ਰਹੇ ਹੋ। ਸਭ ਤੋਂ ਮਹਾਨਤਾ, ਬੜੀ ਵੱਡੀ ਮਹਾਨਤਾ ਜਦੋਂ ਗੁਰਸਿੱਖ ਗੁਰੂ ਦੇ ਚਰਨਾਂ ਵਿੱਚ ਆਉਂਦਾ, ਸੰਗਤ ਵਾਲੇ ਬੰਨੇ ਆਉਂਦਾ, ਸਮਝੋ ਕਿ ਸਤਿਗੁਰਾਂ ਦੀ ਬੜੀ ਵੱਡੀ ਖੁਸ਼ੀ ਹੈ ਉਹਦੇ ਤੇ, ਬੜੀ ਵੱਡੀ ਖੁਸ਼ੀ ਜਿਹੜਾ ਸੰਗਤਾਂ ਦੇ ਵਿੱਚ ਆਣ ਕੇ ਆਉਂਦਾ, ਗੁਰੂ ਦੇ ਚਰਨਾਂ ਵਿੱਚ ਆਣ ਕੇ ਹਾਜ਼ਰੀ ਲਵਾਉਂਦਾ। ਸੰਗਤ ਦੀ ਸੇਵਾ ਕਰਨੀ ਇਹ ਬੜਿਆਂ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਤੇ ਸੇਵਾ ਜਿਹਨੂੰ ਨਸੀਬ ਹੁੰਦੀ ਹੈ, ਸਮਝੋ ਉਹਦਾ ਭਾਗ ਚੰਗਾ ਹੈ, ਉਹਦਾ ਕਰਮ ਚੰਗਾ। ਸਤਿਗੁਰਾਂ ਦੀ ਖੁਸ਼ੀ ਉਹਦੇ ਤੇ ਬਹੁਤ ਹੀ ਹੈ ਜਿਹੜਾ ਆਣ ਕੇ ਸੰਗਤ ਦੀ ਸੇਵਾ ਕਰਦਾ। ਹਾਰੀ ਸਾਰੀ ਇਨਸਾਨ ਨੂੰ ਸੇਵਾ ਪ੍ਰਾਪਤ ਨਹੀਂ ਹੁੰਦੀ, ਸੇਵਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਭਾਗ ਵਿੱਚ ਹੋਵੇ। ਮਹਾਰਾਜ ਕਹਿੰਦੇ ਨੇ, ਸੇਵਕ ਕਉ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਸੇਵਾ ਇੱਕ ਉੱਚੀ ਮੰਜ਼ਲ ਹੈ, ਜਿਸ ਤੇ ਚੜ ਜਾਣਾ ਔਖਾ ਹੈ।
ਆਰੇ ਦੇ ਹੇਠਾਂ ਬਹਿ ਕੇ ਵੀ ਤਨ ਨੂੰ ਚਰਵਾਉਣਾ ਸੌਖਾ ਹੈ। ਇਹ ਸੇਵਾ ਗੁਰੂ ਅਮਰਦਾਸ ਦੇ ਸੀਸ ਤੇ ਛਤਰ ਫਰਾ ਦੇਵੇ। ਇਹ ਸੇਵਾ ਜੀਵਨ ਬੂਟੀ ਹੈ, ਪਿੰਗਲੇ ਦਾ ਕੋੜ ਹਟਾ ਦੇਵੇ। ਤੋ ਸੇਵਾ ਕਰਕੇ ਅਨਸੂਆ ਨੇ ਸੂਰਜ ਨੂੰ ਕਬਜੇ ਕਰ ਲੀਤਾ। ਸੇਵਾ ਨਾਲ ਕਨਈਏ ਨੇ ਰਮਜਾਂ ਦਾ ਸਾਗਰ ਤਰ ਲੀਤਾ। ਤੋ ਸੇਵਾ ਕਰਕੇ ਬਾਬੇ ਬੁੱਢੇ ਨੇ ਸਭ ਰਿਖੀਆਂ ਮੁਨੀਆਂ ਤੋਂ ਵੱਧ ਚੜ ਕੇ ਰੁਤਬਾ ਪਾ ਲੀਤਾ। ਇਹ ਸੇਵਾ ਪ੍ਰੇਮ ਪਿਆਲਾ ਹੈ ਭਾਈਓ, ਜਿਸ ਜਿਸ ਨੇ ਵੀ ਪੀ ਲੀਤਾ। ਉਸ ਬੰਦ ਬੰਦ ਕਟਵਾਇਆ ਏ ਪਰ ਮੁਖ ਤੋਂ ਨਹੀਂ ਸੀ ਕੀਤਾ। ਇਹ ਉਹਨਾਂ ਲੋਕਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਸੇਵਾ ਤੇ ਸਿਮਰਨ ਕੀਤਾ। ਤੇ ਸਤਿਗੁਰ ਦੀ ਜਿਹੜੀ ਖੁਸ਼ੀ ਹੈ ਨਾ, ਉਹ ਸੇਵਕ ਤੇ ਹੀ ਆਉਂਦੀ ਹੈ। ਸੇਵਾ ਤੇ ਸਿਮਰਨ ਕਰਕੇ ਹੀ ਮਨੁੱਖ ਸਤਿਗੁਰਾਂ ਦੇ ਚਰਨਾਂ ਵਿੱਚ ਜਿਹੜਾ ਹੈ ਨਾ ਉਹ ਬੁਲੰਦੀਆਂ ਨੂੰ ਛੂਹ ਜਾਂਦਾ ਹੈ। ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਉਹ ਹੀ ਹੁੰਦਾ ਹੈ ਜਿਹੜਾ ਸੇਵਾ ਤੇ ਸਿਮਰਨ ਕਰਦਾ। ਸੇਵਾ ਤੇ ਸਿਮਰਨ ਦੋ ਐਸੇ ਪਹੀਏ ਨੇ ਗੁਰਮੁਖੋ ਜਿਹੜੇ ਸਿੱਧੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਂਦੇ ਨੇ। ਜਿਹੜਾ ਬੰਦਾ ਇਹਨਾਂ ਪਹੀਆਂ ਤੇ ਅਸਵਾਰ ਹੋ ਗਿਆ, ਸੇਵਾ ਤੇ ਸਿਮਰਨ ਵਾਲਿਆਂ ਦੋ ਪਹੀਆਂ ਤੇ ਅਸਵਾਰ ਹੋ ਗਿਆ, ਉਹਨੂੰ ਰਸਤੇ ਵਿੱਚ ਕੋਈ ਖਤਰਾ ਨਹੀਂ, ਕੋਈ ਡਰ ਨਹੀਂ। ਉਹ ਸਿੱਧਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ। ਅੱਜ ਆਪਾਂ ਇਕੱਤਰ ਹੋਏ ਆ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਆ ਜਿਨ੍ਹਾਂ ਨੇ ਸੇਵਾ ਤੇ ਸਿਮਰਨ ਕੀਤਾ। ਬਾਬਾ ਗੁਰਾਇਆ ਜੀ, ਬਾਬਾ ਬੰਤਾ ਸਿੰਘ ਜੀ, ਕਾਰ ਸੇਵਾ ਵਾਲੇ ਮਹਾਂਪੁਰਸ਼ ਜਿਹੜੇ ਤੁਹਾਡੇ ਕੋਲੋਂ ਇਕੱਠੇ ਕਰਕੇ ਥੋੜੇ ਥੋੜੇ ਰੁਪਏ 10-10 ਰੁਪਏ ਇਕੱਠੇ ਕਰਕੇ ਤੇ ਬੜੇ ਬੜੇ ਵੱਡੇ ਗੁਰੂ ਧਾਮ ਜਿਹੜੇ ਬਣਾਉਂਦੇ ਨੇ, ਇਤਿਹਾਸਕ ਨਿਸ਼ਾਨੀਆਂ ਜਿੱਥੇ ਗੁਰੂ ਸਾਹਿਬਾਂ ਨੇ ਚਰਨ ਪਾਏ ਨੇ, ਔਰ ਸੰਗਤ ਨੂੰ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜਦੇ ਨੇ। ਇਹਨਾਂ ਮਹਾਂਪੁਰਸ਼ਾਂ ਦੀ ਜਿੰਨੇ ਵੀ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬੇ ਨੇ, ਇਹਨਾਂ ਦੀ ਬੜੀ ਵੱਡੀ ਦੇਣ ਹੈ ਸੰਸਾਰ ਨੂੰ, ਸਿੱਖ ਧਰਮ ਨੂੰ। ਸੋ ਆਓ ਆਪਾਂ ਉਹਨਾਂ ਦੀ ਯਾਦ ਵਿੱਚ ਇਕੱਤਰ ਹੋਏ ਆ। ਜਿੰਨਾ ਕੁ ਸਮਾਂ ਪ੍ਰਾਪਤ ਹੋਇਆ ਹੈ ਉਸ ਸਮੇਂ ਦੇ ਅੰਦਰ ਰਹਿ ਕੇ ਇੱਕ ਗੋਰੀ ਇਤਿਹਾਸ ਰਾਹੀਂ ਤੁਹਾਡੀ ਸੇਵਾ ਕਰਨ ਦਾ ਯਤਨ ਕਰਾਂਗੇ ਕਿ ਸਾਧੂਆਂ ਦੀ ਨਿਸ਼ਾਨੀ ਕੀ ਹੁੰਦੀ ਹੈ। ਅਸਲ ਜਿਹੜਾ ਸਾਧੂ ਹੈ ਉਹਦੇ ਵਿੱਚ ਕਿੰਨੀ ਕੁ ਨਿਮਰਤਾ ਹੁੰਦੀ ਹੈ। ਉਹਨੂੰ ਲੋਕ ਲਾਜ ਕੁਝ ਨਹੀਂ ਕਹਿੰਦੀ, ਉਹਨੂੰ ਦੁਨੀਆਦਾਰੀ ਕੁਝ ਨਹੀਂ ਕਹਿੰਦੀ। ਜਿਹੜਾ ਅਸਲ ਸਾਧੂ ਹੈ, ਜਿਹੜਾ ਸਤਿਗੁਰ ਦੇ ਚਰਨਾਂ ਦੇ ਨਾਲ ਜੁੜੇ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸਤਿਗੁਰੂ ਬਾਣੀ ਵਿੱਚ ਲਿਖਦੇ ਨੇ, ਸੰਸਾਰੀ ਲੋਕਾਂ ਦੀ ਮੱਤ ਹੋਰ ਹੈ, ਸਾਧੂਆਂ ਲੋਕਾਂ ਦੀ ਮੱਤ ਹੋਰ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਸਮਾਂ ਸੀ। ਉਹਨਾਂ ਦੇ ਪਹਿਰੇ ਵਿੱਚ ਦੋ ਸਕੇ ਭਰਾ ਹੋਏ ਨੇ, ਸੱਤਾ ਤੇ ਬਲਵੰਡਾ। ਜਾਤ ਦੇ ਮੁਸਲਮਾਨ ਮਰਾਸੀ ਤੇ ਗਾਉਂਦੇ ਬੜਾ ਕਮਾਲ ਦੇ ਸਨ, ਬੜੇ ਸੁਰੀਲੇ ਸਨ, ਸੁਰਤਾਲ ਦੇ ਮਾਹਰ ਸਨ। ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਇਹਨਾਂ ਨੇ ਸਾਜ਼ ਵਜਾ ਕੇ ਗਾਉਣਾ ਤੇ ਪਰਿਵਾਰ ਦਾ ਗੁਜ਼ਾਰਾ ਉਸੇ ਕੰਮ ਤੋਂ ਹੀ ਚੱਲਦਾ ਸੀ। ਇੱਕ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਲੰਘੇ ਜਾ ਰਹੇ ਸਨ ਸਿੱਖਾਂ ਦੇ ਨਾਲ ਕਿਸੇ ਬਾਜ਼ਾਰ ਵਿੱਚ ਦੀ। ਇਹਨਾਂ ਦੀ ਆਵਾਜ਼ ਕੰਨਾਂ ਵਿੱਚ ਪਈ। ਆਂਦੇ ਨੇ ਬੜੀ ਸੁਰੀਲੀ ਆਵਾਜ਼ ਆਈ ਹੈ, ਕੌਣ ਗਾ ਰਹੇ ਨੇ? ਜਿਨ੍ਹਾਂ ਸਿੱਖਾਂ ਨੂੰ ਪਤਾ ਸੀ ਉਹ ਕਹਿੰਦੇ ਜੀ ਇਹ ਮੁਸਲਮਾਨ ਮਰਾਸੀ ਨੇ, ਸੱਤਾ ਤੇ ਬਲਵੰਡਾ। ਇਹਨਾਂ ਦਾ ਕੰਮ ਹੀ ਇਹ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੰਨਾ ਮਿੱਠਾ ਗਾਉਂਦੇ ਨੇ, ਇੰਨੀ ਸੁਰ ਵਿੱਚ, ਔਰ ਬਹੁਤ ਵਧੀਆ ਗਾ ਰਹੇ ਨੇ, ਤਾਲ ਵਿੱਚ, ਬੰਦਿਸ਼ ਵਿੱਚ, ਕਿੱਡੇ ਸੁਰੀਲੇ ਨੇ। ਜੇ ਐਸੇ ਲੋਕ ਗੁਰਬਾਣੀ ਗਾਉਣ, ਕੀਰਤਨ ਕਰਨ ਤੇ ਕਿੱਡੀ ਆਨੰਦ ਵਾਲੀ ਗੱਲ ਹੋਏਗੀ, ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ। ਸਾਹਿਬਾਂ ਨੇ ਆਖਿਆ ਸਾਡੇ ਕੋਲ ਬੁਲਾਓ। ਉਹਨਾਂ ਨੂੰ ਸੱਦਿਆ ਗਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੀਰਤਨ ਕਰੋਗੇ? ਆਂਦੇ ਜੀ ਸਾਨੂੰ ਕੀਰਤਨ ਆਉਂਦਾ ਨਹੀਂ। ਸਤਿਗੁਰੂ ਜੀ ਕਹਿਣ ਲੱਗੇ ਸਿਖਾ ਦਿਆਂਗੇ। ਆਂਦੇ ਜੀ ਇਹ ਕਿਰਪਾ ਕਰ ਦਿਓਗੇ, ਸਿਖਾ ਦਿਓਗੇ ਤੇ ਕੀਰਤਨ ਜ਼ਰੂਰ ਕਰਾਂਗੇ। ਸਤਿਗੁਰਾਂ ਦੇ ਚਰਨਾਂ ਵਿੱਚ ਆ ਗਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਗੁਰਬਾਣੀ ਦਸੀ ਵੀ ਆ ਐਸ ਰਾਗ ਵਿੱਚ ਸ਼ਬਦ ਗਾਉਣਾ ਹੈ, ਆ ਸ਼ਬਦ ਐਸ ਬੰਦਿਸ਼ ਵਿੱਚ, ਐਸ ਤਾਲ ਵਿੱਚ, ਐਸ ਰਾਗ ਵਿੱਚ ਗਾਉਣਾ ਹੈ।
ਤੇ ਜਿਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੱਸਦੇ ਸਨ, ਇਹਨਾਂ ਨੂੰ ਸਿਖਾਉਂਦੇ ਸਨ, ਇਹਨਾਂ ਨੇ ਝਾਟੀ ਸਤਿਗੁਰਾਂ ਨੂੰ ਸੁਣਾ ਦੇਣਾ, ਥੋੜੀ ਦੇਰ ਬਾਅਦ ਹੀ ਸੁਣਾ ਦੇਣਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਖੁਸ਼ ਹੋਏ, ਆਂਦੇ ਨੇ ਹੁਣੇ ਹੋਏ ਨਹੀਂ ਦੱਸਿਆ ਤੇ ਹੁਣੇ ਹੋਣੇ ਹੀ ਬੜਾ ਵਧੀਆ ਸ਼ੁੱਧ ਸੁਣਾ ਦਿੱਤਾ ਤੁਸੀਂ। ਆਸਾ ਜੀ ਦੀ ਵਾਰ ਦਾ ਕੀਰਤਨ ਬੜਾ ਵਧੀਆ ਕਰਨ ਲੱਗ ਪਏ। ਸ਼ਾਮ ਦਾ ਕੀਰਤਨ ਹੁੰਦਾ ਹੈ, ਉਹ ਵੀ ਕੀਰਤਨ ਬੜਾ ਵਧੀਆ ਕਰਦੇ ਨੇ। ਜਿੰਨੀ ਵੀ ਸੰਗਤ ਹੈ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸੰਗਤ ਆਸ਼ਾ ਕਰ ਉੱਠਦੀ ਹੈ ਜਦੋਂ ਸੱਤਾ ਤੇ ਬਲਵੰਡਾ ਕੀਰਤਨ ਕਰਦੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਹਜੂਰੀਏ ਕੀਰਤਨੀ ਜਥਾ ਬਣਾ ਲਿਆ ਔਰ ਸੱਤਾ ਬਲਵੰਡਾ ਇੰਨਾ ਸਨਮਾਨ ਬਣ ਗਿਆ, ਇੰਨਾ ਸਤਿਕਾਰ ਬਣ ਗਿਆ ਸੰਗਤ ਵਿੱਚ। ਜਿਹੜੀਆਂ ਗਲੀਆਂ ਵਿੱਚ ਦੀ ਸੱਤਾ ਤੇ ਬਲਵੰਡਾ ਲੰਘਦੇ ਸਨ, ਲੋਕ ਦਰਵਾਜ਼ਿਆਂ ਅੱਗੇ ਖਲੋ ਕੇ ਵੇਂਦੇ ਸਨ ਕਿ ਗੁਰੂ ਕੇ ਕੀਰਤਨੀਏ ਜਾ ਰਹੇ ਨੇ। ਇਹਨਾਂ ਦੇ ਚਰਨਾਂ ਦੀ ਮਿੱਟੀ ਚੁੱਕ ਕੇ ਲੋਕ ਮੱਥੇ ਨੂੰ ਲਾਉਂਦੇ ਸਨ ਵੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਵਾਜੇ ਸਿੱਖ ਨੇ, ਇਹ ਗੁਰੂ ਨਾਨਕ ਦੇ ਘਰ ਦੇ ਕੀਰਤਨੀਏ ਨੇ। ਇੰਨਾ ਮਾਣ ਮਿਲ ਗਿਆ, ਇੰਨੀ ਪ੍ਰਭਤਾਈ ਮਿਲ ਗਈ, ਬੱਲੇ ਬੱਲੇ ਹੋਣ ਲੱਗੀ, ਸੰਗਤ ਸਤਿਕਾਰ ਕਰਨ ਲੱਗੀ। ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਸਨ, ਸਰੀਰ ਲਿਸੇ ਪੀਲੇ ਸਨ, ਪਰ ਜਦੋਂ ਦੇ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਲੱਗੇ ਤੇ ਸਰੀਰ ਗੋਗੜਾ ਛੱਡ ਆਏ। ਘਰ ਬੜੇ ਸੋਹਣੇ ਬੜੇ ਸੁੰਦਰ ਬਣਾ ਲਏ। ਜਿੱਥੇ ਬੱਲੇ ਬੱਲੇ ਹੋਈ, ਘਰ ਵਧੀਆ ਬਣ ਗਿਆ, ਸਰੀਰ ਬਣ ਗਏ, ਉਹਦੇ ਨਾਲ ਨਾਲ ਇੱਕ ਕਤਰਾ ਹੰਕਾਰ ਦਾ ਵਾਰਦ ਹੋ ਗਿਆ। ਹੰਕਾਰ ਮਨ ਵਿੱਚ ਮਾਨ ਹੋ ਗਿਆ, ਹੰਕਾਰ ਇੰਨਾ ਹੋ ਗਿਆ ਵੀ ਸਾਡੇ ਦੋਹਾਂ ਭਰਾਵਾਂ ਵਰਗਾ ਤੇ ਕੋਈ ਹੈ ਹੀ ਨਹੀਂ। ਜਿੱਡਾ ਵਧੀਆ ਅਸੀਂ ਗਾ ਲੈਂਦੇ ਆ, ਜਿੰਨਾ ਸਾਨੂੰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਿਆਰ ਕਰਦੇ ਨੇ, ਇਹਨਾਂ ਕਿਹਨੂੰ ਕਰਨਾ ਹੈ? ਇਹਨਾਂ ਮਾਣ ਹੰਕਾਰ ਇਹਨਾਂ ਨੂੰ ਹੋ ਗਿਆ। ਜਿਹੜੇ ਹਜ਼ੂਰੀ ਸਿੱਖ ਸਨ, ਸਤਿਗੁਰਾਂ ਦੇ ਚਰਨਾਂ ਵਿੱਚ ਰਹਿੰਦੇ, ਉਹਨਾਂ ਨੂੰ ਵੀ ਕੱਖ ਨਹੀਂ ਸਮਝਦੇ ਤੇ ਗੁਰੂ ਅਰਜਨ ਦੇਵ ਜੀ ਸਾਨੂੰ ਬਹੁਤਾ ਮਾਣ ਦਿੰਦੇ ਨੇ, ਬਹੁਤਾ ਪਿਆਰ ਕਰਦੇ ਨੇ। ਸੁਣੀਏ ਬੜੇ ਪਿਆਰ ਦੇ ਨਾਲ ਸੱਤਾ ਤੇ ਬਲਵੰਡਾ ਕਿਵੇਂ ਕੀਰਤਨ ਕਰਦੇ ਨੇ, ਇਹਨਾਂ ਦਾ ਜੀਵਨ ਬਦਲਿਆ ਕਿਵੇਂ ਔਰ ਹੰਕਾਰ ਦਾ ਕਤਰਾ ਕਿਵੇਂ ਵਾਰਦ ਹੋਇਆ। ਇੱਥੋਂ ਕੋ ਆਪਾਂ ਛੰਦੋਬੰਦੀ ਵਿੱਚ ਇਤਿਹਾਸ ਆਰੰਭ ਕਰਨ ਲੱਗੇ ਆ। ਸੁਣੀਏ ਬੜੇ ਪਿਆਰ ਦੇ ਨਾਲ, ਇਉਂ ਬੇਨਤੀ ਕੀਤੀ ਜਾ ਰਹੀ। ਏ ਜੀ ਦੇਵੇ ਬਾਲ ਬੁੱਧ ਸਤਿਗੁਰੂ ਆਧਾਰਤਾ, ਸੰਗਤਾਂ ਨੂੰ ਖੋਲ ਕੇ ਸੁਣਾਈਏ ਵਾਰਤਾ, ਸੰਗਤਾਂ ਨੂੰ ਖੋਲ ਕੇ ਸੁਣਾਈਏ ਵਾਰਤਾ। ਉਹ ਪੰਜਵੇਂ ਗੁਰੂ ਦੇ ਆਣ ਹੋਏ ਪਰਦੇ, ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ, ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ। ਬੰਸ ਮਰਦਾਨੇ ਦੀ ਦੇ ਦੋਵੇਂ ਲਾਲ ਸੀ, ਇਹ ਚੰਗੇ ਵਿਦਵਾਨ ਰਾਗੀ ਵੀ ਕਮਾਲ ਸੀ। ਇਹ ਦੋਵੇਂ ਚੰਗੇ ਵਿਦਵਾਨ ਰਾਗੀ ਵੀ ਕਮਾਲ ਸੀ। ਉਹ ਹੀਰੇ ਅੱਗੇ ਆਏ ਜੋਰੀ ਦੀ ਨਜ਼ਰ ਦੇ, ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ, ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ। ਸੁਬਾ ਸ਼ਾਮ ਆਣ ਗੁਰਾਂ ਦੇ ਹਜੂਰੀਆ, ਪੜਦੇ ਸ਼ਬਦ ਰਸ ਭਰਪੂਰਿਆ, ਪੜਦੇ ਸ਼ਬਦ ਰਸ ਭਰਪੂਰਿਆ। ਉਹ ਮੁਗਦ ਮਾਣ ਕਰ ਸੰਗਤਾਂ ਦੇ ਹਰ ਦੇ, ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ, ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ। ਓਏ ਨਾ ਉੱਤੇ ਮਹਾਰਾਜ ਮਿਹਰਬਾਨ ਸੀ, ਘਰ ਦੀ ਸੰਗਤ ਬੜਾ ਮਾਣ ਤਾਣ ਸੀ। ਇਹਨਾਂ ਉੱਤੇ ਮਹਾਰਾਜ ਮਿਹਰਬਾਨ ਸੀ ਤੇ ਘਰ ਦੀ ਸੰਗਤ ਬੜਾ ਮਾਣ ਤਾਣ ਸੀ। ਹਾਂਜੀ, ਘਰ ਦੀ ਸੰਗਤ ਬੜਾ ਮਾਣ ਤਾਣ ਸੀ। ਉਹ ਸ਼ਬਦ ਭੇਟ ਮਾਇਆ ਸਿੱਖ ਸਾਧ ਧਾਰ ਦੇ, ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ, ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ। ਮੇਰਾ ਸਬਾਣੀ ਬੋਲਦੇ ਜ਼ਬਾਨ ਚੋਂ
ਹੋ ਗਏ ਸੁਖੀ ਛੁੱਟ ਗਏ ਨੇ ਮੰਗ ਖਾਣ ਤੋਂ ਇਹ ਦੋਵੇਂ ਹੋ ਗਏ ਸੁਖੀ ਛੁੱਟ ਗਏ ਨੇ ਮੰਗ ਖਾਣ ਤੋਂ ਗੁਰੂ ਚਰਨਾਂ 'ਚ ਗੁਜਰਾਨ ਕਰਦੇ ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ ਚੰਗੀ ਗੁਜਰਾਨ ਜਦੋਂ ਹੋਣ ਲੱਗ ਪਈ ਤੇ ਹਿਰਦੇ 'ਚ ਅੱਗ ਹੰਗਤਾ ਦੀ ਵੱਧ ਗਈ ਹਿਰਦੇ 'ਚ ਅੱਗ ਹੰਗਤਾ ਦੀ ਵੱਧ ਗਈ ਉਹ ਨਜ਼ਰਾਂ 'ਚ ਐਰ ਗੈਰ ਨੂੰ ਨਾ ਤਾਰ ਦੇ ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ ਘਰ ਵਿੱਚੋਂ ਖਾਏ ਕੇ ਨਿਹਾਰੀਆਂ ਹੋ ਗਏ ਤਰੋ ਤਾਜ ਗੋਕੜਾਂ ਨੇ ਭਾਰੀਆਂ ਹੋ ਗਏ ਤਰੋ ਤਾਜ ਗੋਕੜਾਂ ਨੇ ਭਾਰੀਆਂ ਉਹ ਸੱਚੇ ਪਾਤਸ਼ਾਹ ਜੀ ਔਂਕੜਾਂ ਨੂੰ ਹਾਰ ਦੇ ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ ਓਏ ਇਨ ਸੁੱਖਾਂ ਵਿੱਚ ਸਮੇਂ ਨੂੰ ਬਤਾਵੰਦੇ ਪਈ ਇੱਕ ਦਿਨ ਗੁਰਾ ਪਾਸ ਆਇਆ ਲਾਵੰਦੇ ਇਨ੍ਹਾਂ ਸੁੱਖਾਂ ਵਿੱਚ ਸਮੇਂ ਨੂੰ ਬਤਾਵੰਦੇ ਤੇ ਇੱਕ ਦਿਨ ਗੁਰਾ ਪਾਸ ਆਇਆ ਲਾਵੰਦੇ ਇਹ ਦੋਵੇਂ ਇੱਕ ਦਿਨ ਗੁਰਾ ਪਾਸ ਆਇਆ ਲਾਵੰਦੇ ਉਹ ਸੱਚੇ ਪਾਤਸ਼ਾਹ ਜੀ ਔਂਕੜਾਂ ਨੂੰ ਹਾਰ ਦੇ ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ ਭੈਣ ਦੇ ਵਿਆਹ ਤੇ ਮਾਇਆ ਦੀ ਹੈ ਲੋੜ ਦੀ ਤੇ ਤੁਸਾਂ ਘਰ ਕਿਸੇ ਚੀਜ਼ ਦੀ ਨਾ ਥੋੜ ਜੀ ਦੱਸੋ ਤੁਸਾਂ ਘਰ ਕਿਸੇ ਚੀਜ਼ ਦੀ ਨਾ ਥੋੜ ਜੀ ਉਹ ਸਾਰ ਦੇ ਵਕਤ ਜੀਵਨ ਜੀ ਜਰ ਦੇ ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ ਸੱਤਾ ਬਲਵੰਡਾ ਰਾਗੀ ਗੁਰੂ ਘਰ ਦੇ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਬੇਅੰਤ ਗੁਰੂ ਕੀਆਂ ਸੰਗਤਾਂ ਵੱਲੋਂ ਇਤਿਹਾਸ ਭੇਟ ਮਾਇਆ ਆਈ ਹੈ। ਸਾਡੇ ਵੀਰ ਸੂਬਾ ਸਿੰਘ ਜੀ 500 ਰੁਪਇਆ ਭੇਜ ਗਏ ਨੇ। ਸਾਡੇ ਵੀਰ ਕਿਰਪਾਲ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਮਾਇਆ ਹੋਰ ਗੁਰੂ ਕੀਆਂ ਸੰਗਤਾਂ ਵੱਲੋਂ ਬੇਅੰਤ ਮਾਨ ਆਇਆ ਹੈ। ਸਤਿਗੁਰੂ ਸਭ ਦੇ ਨਾਮ ਜਾਣਦੇ ਨੇ। ਹੋਰ ਗੁਪਤ 500 ਮਾਇਆ ਗੁਰਸਿੱਖਾਂ ਵੱਲੋਂ ਆਈ ਹੈ। ਸਤਿਗੁਰੂ ਪਾਤਸ਼ਾਹ ਚੜ੍ਹਦੀ ਕਲਾ ਖਜ਼ਾਨੇ ਭਰਪੂਰ ਕਰਨ। ਖਿਆਲ ਦਿਓ ਬੇਨਤੀ ਕਰਦਾ ਸਾਂ ਗੁਰਬਾਣੀ ਵਿੱਚ ਪਾਠ ਹੁੰਦਾ ਹੈ ਜਬ ਕਿਛ ਪਾਵਤ ਹੈ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ। ਗੁਰਮੁਖੋ ਮਨੁੱਖੀ ਸੁਭਾਅ ਹੀ ਐਸਾ ਹੈ ਜਦੋਂ ਬੰਦੇ ਨੂੰ ਮਾਣ ਸਤਿਕਾਰ ਸਮਾਜ ਵਿੱਚ ਪ੍ਰਾਪਤ ਹੁੰਦਾ ਹੈ ਮਿਲਦਾ ਹੈ ਬੱਲੇ ਬੱਲੇ ਹੁੰਦੀ ਹੈ ਉਦੋਂ ਫਿਰ ਮਨੁੱਖ ਨੂੰ ਹੰਕਾਰ ਹੋ ਜਾਂਦਾ ਹੈ। ਉਹ ਬੰਦਾ ਰਿਸ਼ਤੇਦਾਰਾਂ ਨੂੰ ਸਾਕ ਸੰਬੰਧੀਆਂ ਨੂੰ ਭੈਣ ਭਰਾਵਾਂ ਨੂੰ ਇਹ ਗੱਲ ਬੜੇ ਫਕਰ ਨਾਲ ਬੜੇ ਮਾਣ ਨਾਲ ਕਹਿੰਦਾ ਵੀ ਆਹ ਕੰਮ ਮੈਂ ਐਵੇਂ ਕੀਤਾ ਆਹ ਕੰਮ ਮੈਂ ਐਵੇਂ ਕੀਤਾ ਤੇ ਮੈਂ ਤਾਂ ਇੱਥੇ ਪਹੁੰਚਿਆ ਐਵੇਂ ਨਹੀਂ ਪਹੁੰਚਿਆ। ਤੇ ਜਦੋਂ ਕੁਦਰਤ ਵੱਲੋਂ ਕੋਈ ਹੋ ਜਾਏ ਮਾੜਾ ਕੰਮ ਫੇਰ ਨਹੀਂ ਆਂਦਾ ਮੈਂ ਕੀਤਾ ਆਂਦਾ ਪਰਮੇਸ਼ਰ ਦਾ ਭਾਣਾ ਹੀ ਐਵੇਂ ਸੀ। ਕਿਉਂਕਿ ਇਹ ਮਨੁੱਖੀ ਸੁਭਾਅ ਬਣ ਚੁੱਕਾ ਹੈ। ਜੇ ਚੰਗਾ ਕੰਮ ਹੋ ਜਾਏ ਤੇ ਬੰਦਾ ਕਹਿੰਦਾ ਇਹ ਮੈਂ ਕੀਤਾ ਹੈ। ਕੁਦਰਤ ਵੱਲੋਂ ਮਾੜਾ ਕੰਮ ਹੋ ਜਾਏ ਕਹਿੰਦਾ ਪਰਮੇਸ਼ਰ ਦਾ ਭਾਣਾ ਹੀ ਐਵੇਂ ਸੀ। ਸੱਤਾ ਤੇ ਬਲਵੰਡਾ ਗਾਉਂਦੇ ਸੱਚਮੁੱਚ ਕਮਾਲ ਦਾ ਨੇ। ਗੁਰੂ ਅਰਜਨ ਦੇਵ ਮਹਾਰਾਜ ਬਹੁਤ ਮਾਣ ਬੜਾ ਪਿਆਰ ਕਰਦੇ ਸਨ ਪਰ ਹੰਕਾਰ ਦਾ ਕਤਰਾ ਵਾਰਦ ਹੋ ਗਿਆ। ਹੰਕਾਰ ਇੱਕ ਐਸੀ ਨਾਮਰਾਦ ਬਿਮਾਰੀ ਹੈ ਬੰਦੇ ਵਿੱਚ ਹਜ਼ਾਰਾਂ ਹੀ ਗੁਣ ਹੋਣ ਹਜ਼ਾਰਾਂ ਹੀ ਗੁਣ ਹੋਣ ਜਦੋਂ ਇਹ ਕਤਰਾ ਵਾਰਦ ਹੁੰਦਾ ਹੈ ਤੇ ਸਾਰੇ ਗੁਣ ਖਤਮ ਕਰ ਦਿੰਦੀ ਹੈ ਸਾਰੇ ਗੁਣ। ਇਹ ਬਿਮਾਰੀ ਐਸੀ ਹੈ ਹੰਕਾਰ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਾਣੀ ਜਾਣ ਸਤਿਗੁਰੂ ਜਾਣਦੇ ਸਨ ਇਹਨਾਂ ਨੂੰ ਮਾਣ ਹੋ ਗਿਆ ਹੰਕਾਰ ਹੋ ਗਿਆ ਪਰ ਕੁਦਰਤ ਵੱਲੋਂ ਇੱਕ ਐਸੀ ਵਿਧ ਬਣਾਈ ਪਰਮੇਸ਼ਰ ਨੇ ਸਤਿਗੁਰ ਨੇ। ਇਹਨਾਂ ਨੇ ਭੈਣ ਦਾ ਵਿਆਹ ਕਰਨਾ ਸੀ ਸ਼ਾਦੀ ਕਰਨੀ ਸੀ ਤੇ ਦੋਵਾਂ ਭਰਾਵਾਂ ਨੇ ਰਾਏ ਕੀਤੀ
ਆਪਾਂ ਭੈਣ ਦੀ ਸ਼ਾਦੀ ਕਰਨੀ ਹੈ ਤੇ ਸ਼ਾਦੀ ਇੰਨੀ ਸ਼ਾਨੋ ਸ਼ੌਕਤ ਨਾਲ ਕਰੀਏ। ਅੰਮ੍ਰਿਤਸਰ ਸ਼ਹਿਰ ਵਿੱਚ ਜਿੰਨੇ ਸ਼ਾਹ ਲੋਕ ਨੇ, ਅਮੀਰ ਲੋਕ ਨੇ, ਉਹਨਾਂ ਲੋਕਾਂ ਨੂੰ ਨੀਵਿਆਂ ਵਿਖਾਇਆ ਜਾਏ। ਲੋਕ ਘਰ ਘਰ ਗੱਲਾਂ ਕਰਨ ਸਾਡੀਆਂ ਵੀ ਜੈਸਾ ਵਿਆਹ ਸੱਤੇ ਬਲਵੰਡੇ ਨੇ ਆਪਣੀ ਭੈਣ ਦਾ ਕੀਤਾ ਹੈ, ਜਿੰਨੀ ਸ਼ਾਨੋ ਸ਼ੌਕਤ ਨਾਲ ਇਹਨਾਂ ਕਿਨ ਕਰ ਲੈਣਾ। ਸੋਚਦੇ ਨੇ ਵੀ ਕੰਮ ਗੱਲਾਂ ਨਾਲ ਨਹੀਂ ਹੋਣਾ, ਜਿਹੜਾ ਕੰਮ ਪੈਸੇ ਨਾਲ ਹੋਣਾ ਹੈ ਉਹ ਪੈਸੇ ਨਾਲ ਹੀ ਹੋਣਾ ਹੈ। ਇਹ ਸਾਰਾ ਕੁਝ ਸੋਚ ਕੇ ਵਿਚਾਰ ਕੀਤੀ ਵੀ ਸਤਿਗੁਰਾਂ ਤੋਂ ਪੈਸੇ ਮੰਗੀਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆ ਗਏ। ਆਂਦੇ ਨੇ ਸਤਿਗੁਰੂ ਭੈਣ ਦੀ ਸ਼ਾਦੀ ਕਰਨੀ ਹੈ ਤੇ ਮਾਇਆ ਦੀ ਲੋੜ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਂਦੇ ਨੇ ਸੱਤਾ ਬਲਵੰਡਾ ਕਿੰਨੀ ਮਾਇਆ ਚਾਹੀਦੀ ਹੈ, ਕਿੰਨੇ ਪੈਸੇ ਚਾਹੀਦੇ ਨੇ। ਆਂਦੇ ਨੇ ਜੀ ਸੋਚ ਕੇ ਦੱਸਦੇ ਆ। ਦੋਵੇਂ ਭਰਾ ਪਾਸੇ ਹੋ ਗਏ, ਪਾਸੇ ਹਟ ਕੇ ਵਿਚਾਰ ਕਰਨ ਲੱਗ ਗਿਆ ਵੀ ਕਿੰਨੇ ਪੈਸੇ ਮੰਗੀਏ। ਆਖਰ ਵਿਚਾਰ ਕਰਦਿਆਂ ਕਰਦਿਆਂ ਹੁੰਦਾ ਤੇ ਉਹ ਹੀ ਹੈ ਨਾ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ। ਇਹਨਾਂ ਦੇ ਮਨ ਵਿੱਚ ਵਿਚਾਰ ਇਹ ਆਈ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿੰਦੇ ਆ ਵੀ ਇੱਕ ਦਿਨ ਦਾ ਚੜਾਵਾ ਦੇ ਦਿਓ, ਇੱਕ ਦਿਨ ਦਾ ਚੜਾਵਾ। ਸਾਰੀ ਦਿਹਾੜੀ ਜਿੰਨਾ ਤੁਹਾਨੂੰ ਮੱਥਾ ਟਿਕੇ ਜਾਂ ਸਾਨੂੰ ਸ਼ਬਦ ਭੇਟ ਹੋਵੇ, ਬਾਹਰੋਂ ਜਿੰਨੀ ਵੀ ਸੰਗਤ ਆਵੇ, ਜੋ ਵੀ ਮੱਥਾ ਟਿਕੇ, ਉਹ ਸਾਰੇ ਦਿਨ ਦੀ ਮਾਇਆ ਉਹ ਸਾਨੂੰ ਦਿੱਤੀ ਜਾਏ। ਸਾਨੂੰ ਉਹਦੇ ਨਾਲ ਵਿਆਹ ਵਧੀਆ ਹੋ ਜਾਏਗਾ। ਇਹ ਰਹਿ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਕੇ ਇਹਨਾਂ ਨੇ ਕਹਿ ਦਿੱਤਾ ਵੀ ਇੱਕ ਦਿਨ ਦਾ ਚੜਾਵਾ ਦੇ ਦਿਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਖੁਸ਼ ਹੋ ਕੇ ਆਂਦੇ ਨੇ ਆਪਾਂ ਲੰਬੀ ਤਰੀਕ ਨਹੀਂ ਪਾਉਂਦੇ, ਭਲਕੇ ਹੀ ਤੁਸੀਂ ਲੈ ਜਿਆ ਜੇ, ਕੱਲ ਦੇ ਦਿਨ ਦਾ ਚੜਾਵਾ ਤੁਹਾਡਾ ਹੋਏ। ਬੜੀ ਖੁਸ਼ੀ ਹੋਈ। ਆਂਦੇ ਨੇ ਸੱਚੇ ਪਾਤਸ਼ਾਹ ਨੇ ਤੇ ਕਮਾਲ ਕਰ ਦਿੱਤੀ ਹੈ, ਹੁਣੇ ਹੀ ਅਰਜ਼ ਕੀਤੀ ਹੈ ਤੇ ਹੁਣੇ ਹੀ ਪ੍ਰਵਾਨ ਹੋ ਗਈ ਹੈ। ਭਲਕ ਦੀ ਸਾਰੀ ਮਾਇਆ ਸਾਡੀ ਹੋਏਗੀ ਤੇ ਵਿਆਹ ਬੜੀ ਸ਼ਾਨੋ ਸ਼ੌਕਤ ਨਾਲ ਹੋਏਗਾ। ਖੁਸ਼ੀ ਖੁਸ਼ੀ ਘਰੇ ਆਏ, ਘਰ ਵਾਲੀਆਂ ਨੂੰ ਦੱਸਿਆ, ਉਹਨਾਂ ਨੂੰ ਬੜਾ ਚਾਅ ਚੜਿਆ, ਬੱਚੇ ਬੜੇ ਖੁਸ਼ ਹੋਏ। ਤੇ ਅੱਧੀ ਰਾਤ ਹੋਈ, ਅੱਧੀ ਰਾਤ ਜਿਹੜੇ ਵੇਲੇ ਅੱਗੇ ਉੱਠ ਕੇ ਇਸ਼ਨਾਨ ਪਾਣੀ ਕਰਦੇ ਸਨ, ਜਿਸ ਟਾਈਮ ਸਾਧੂ ਜਨ ਜਾਗਦੇ ਨੇ ਗੁਰਮੁਖ, ਮਹਾਰਾਜ ਕਹਿੰਦੇ ਨੇ ਪਿੰਨੀ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ RAM ਪਿਆਰੇ। ਉਦੋਂ ਪਰਮੇਸ਼ਰ ਦੇ ਪਿਆਰੇ ਉੱਠਦੇ ਨੇ, ਉਹ ਜਾਗਦੇ ਨੇ। ਉਹਨਾਂ ਦੀ ਦੋਸਤੀ ਖੂਹਾਂ ਨਾਲ, ਨਹਿਰਾਂ ਨਾਲ, ਟੋਬਿਆਂ ਨਾਲ ਹੁੰਦੀ ਹੈ। ਉਹ ਫਿਰ ਉੱਥੇ ਜਾ ਕੇ ਸਣ ਕੇ ਸੀ ਇਸ਼ਨਾਨ ਕਰਦੇ ਨੇ। ਇਸ਼ਨਾਨ ਕਰਕੇ ਆਪਣੇ ਸਤਿਗੁਰ ਦੇ ਨਾਲ ਸੁਰਤੀ ਇੱਕ ਮਿਕ ਕਰਦੇ ਨੇ। ਮਹਾਰਾਜ ਕਹਿੰਦੇ ਨੇ ਉਹ ਕਿਵੇਂ ਸੁਰਤੀ ਇੱਕ ਮਿਕ ਹੁੰਦੀ ਹੈ। ਸਾਹਿਬ ਕਹਿੰਦੇ ਨੇ ਅੰਤਰ ਗੁਰੂ ਆਰਾਧਨਾ, ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰੂ ਪੇਖਣਾ, ਸਰਵਣੀ ਸੁਣਨਾ ਗੁਰ ਨਾਓ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਓ, ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਥ ਦੇ, ਜਗ ਮੈਂ ਉਤਮ ਕਾਢੀਐ, ਵਿਰਲੇ ਕਈ ਕੇ। ਸਤਿਗੁਰ ਦੇ ਉਸ ਚਵਖਰੇ ਦਾ ਜਾਪ ਕਰਨਾ, ਵਾਹਿਗੁਰੂ ਸ਼ਬਦ ਦਾ ਜਾਪ ਕਰਨਾ ਤੇ ਉਸ ਸਤਿਗੁਰ ਦੇ ਚਰਨਾਂ ਦੇ ਨਾਲ ਸੁਰਤੀ ਇੱਕ ਮਿਕ ਕਰਨਾ। ਉਹ ਸਮਾਂ ਆਇਆ, ਉਹ ਸਮਾਂ ਮੈਨੂੰ ਗੱਲ ਯਾਦ ਆ ਗਈ। ਚੌਥੀ ਪੌੜੀ ਤੁਸੀਂ ਰੋਜ਼ ਹੀ ਪੜ੍ਹਦੇ ਹੋ, ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਹੋ, ਤੇ ਚੌਥੀ ਪੌੜੀ ਵਿੱਚ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਿਆਨ ਕਰਦੇ ਨੇ। ਆਂਦੇ ਨੇ ਕਿਸੇ ਨੂੰ ਪਰਮੇਸ਼ਰ ਦੇ ਦਰਸ਼ਨ ਹੋ ਜਾਣ, ਅਕਾਲ ਪੁਰਖ ਦੇ ਘਰ ਦੇ ਦਰਸ਼ਨ ਹੋ ਜਾਣ, ਫਿਰ ਉਹਦੇ ਚਰਨਾਂ ਵਿੱਚ ਭੇਟਾ ਕੀ ਰੱਖੇ, ਕੀ ਮੱਥਾ ਟੇਕੇ ਉਸ ਪਰਮੇਸ਼ਰ ਦੇ ਚਰਨਾਂ ਵਿੱਚ। ਆ ਕਰਾਂਸੀ ਤੇ ਚੱਲਦੀ ਨਹੀਂ ਉੱਥੇ, ਭਾਵੇਂ ਕਿੰਨਾ ਵੀ ਬੰਦਾ ਅਮੀਰ ਹੈ, ਕਰੋੜਾਪਤੀ ਹੋਵੇ, ਉਹ ਕਰਾਂਸੀ ਹੋਰ ਹੈ ਉਹਦੇ ਘਰ ਦੀ। ਸਤਿਗੁਰੂ ਕਹਿੰਦੇ ਨੇ ਕੀ ਮੱਥਾ ਟੇਕੇ, ਅਕਾਲ ਪੁਰਖ ਦੇ ਦਰਸ਼ਨ ਹੋ ਜਾਣ ਉਹਦੇ ਦਰਬਾਰ ਦੇ, ਕੀ ਬੋਲ ਬੋਲੇ ਉਹਦੇ ਚਰਨਾਂ ਵਿੱਚ ਜਾ ਕੇ, ਤੇ ਭੇਟਾ ਕੀ ਹੋਵੇ। ਸਾਹਿਬ ਕਹਿੰਦੇ ਨੇ ਫਿਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਉਹਦੇ ਅੱਗੇ ਕੀ ਰੱਖੋਗੇ ਜਦੋਂ ਉਸ ਮਾਲਕ ਦੇ ਦਰਬਾਰ ਦੇ ਦਰਸ਼ਨ ਹੋ ਜਾਣ। ਤੇ ਅਗਲੀ ਪੰਕਤੀ ਵਿੱਚ ਹੈ, ਮੂੰਹੋਂ ਕੈ ਬੋਲਣ ਬੋਲੀਐ, ਜਿਤ ਸੁਣ ਧਰੈ ਪਿਆਰ। ਕੀ ਬੋਲ ਬੋਲੋਗੇ ਉਸ ਸਤਿਗੁਰੂ ਦੇ ਚਰਨਾਂ ਵਿੱਚ, ਪਰਮੇਸ਼ਰ ਪਰਮਾਤਮਾ ਦੇ ਕਰਤਾ ਪੁਰਖ ਦੇ ਚਰਨਾਂ ਵਿੱਚ, ਜਿਹੜਾ ਉਹ ਪਿਆਰ ਵਿੱਚ ਆ ਜਾਏ। ਉਹ ਬਖਸ਼ਿਸ਼ਾਂ ਦੇ ਭੰਡਾਰੇ ਖੋਲਦਾ, ਉਹ ਦਇਆ ਕਰਦਾ,
ਕੀ ਬੋਲ ਬੋਲੋਗੇ, ਉਹਦੇ ਅੱਗੇ ਕੀ ਭੇਟਾ ਰੱਖੋਗੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਅਗਲੀ ਪੰਕਤੀ ਵਿੱਚ, ਉਸ ਅਕਾਲ ਪੁਰਖ ਦੀ ਸਭ ਤੋਂ ਵੱਡੀ ਭੇਟਾ ਪਤਾ ਕੀ ਹੈ, ਖੁਸ਼ ਪਤਾ ਕਿਹਦੇ ਤੇ ਹੁੰਦਾ ਹੈ। ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾ। ਅੰਮ੍ਰਿਤ ਵੇਲਾ ਹੋਵੇ, ਉਹਦੇ ਨਾਮ ਦੀਆਂ ਵਡਿਆਈਆਂ ਦਾ ਉਚਾਰਨ ਕੀਤਾ ਜਾਏ, ਤੇ ਸਭ ਤੋਂ ਵੱਡੀ ਭੇਟਾ ਪਰਮੇਸ਼ਰ ਦੀ ਇਹੋ ਹੀ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਇਹ ਹੈ ਜਿਨੇ ਪਰਮੇਸ਼ਰ ਦੀ ਸਿਫਤ ਸਲਾਹ, ਜਿਨੇ ਉਹਦੇ ਗੁਣ ਗਾਏ। ਸੁਣ ਲਈਏ ਉਸ ਸਤਿਗੁਰ ਦੀ ਸਿਫਤ ਵਿੱਚ ਛੋਟੇ ਵੀਰ ਤੋਂ ਭਾਈ ਹੀਰਾ ਸਿੰਘ ਤੋਂ ਦੋ ਲਾਈਨਾਂ ਵਿੱਚ ਸ਼ੇਰ ਆ, ਬੜਾ ਸਵਾਦੀ ਹੈ। ਮੇਰੇ ਗੁਰੂ ਦੀ ਸਿਫਤ ਨਾਲ ਲਿਖੀ ਜਾ। ਮੇਰੇ ਗੁਰੂ ਦੀ ਸਿਫਤ ਨਾ ਲਿਖੀ ਜਾਵੇ, ਤੇ ਸੱਤਾਂ ਸਾਗਰਾਂ ਦੀ ਭਾਵੇਂ ਛਾਈ ਹੋਵੇ। ਬੇਸ਼ੱਕ ਅਰਸ਼ ਤੇ ਫਰਸ਼ ਬਣ ਜਾਣ ਕਾਗਜ਼, ਓਏ ਨਾ ਉੱਤੇ ਨਾ ਪੂਰੀ ਲਖਾਈ ਹੋਵੇ। ਮਾਤ ਲੋਕ ਵਿੱਚ ਦਿਸਣ ਦਰਖਤ ਜਿੰਨੇ, ਤੇ ਭਾਵੇਂ ਸਪਨਾ ਦੀ ਕਲਮ ਬਣਾਈ ਹੋਵੇ। ਅਲਮਸਤ ਨਾ ਉਸ ਦੀ ਸਿਫਤ ਮੁੱਕੇ, ਉਹ ਜੀ ਦੀ ਗੁਰੂ ਨੇ ਸਿਫਤ ਕਰਾਈ ਹੋਵੇ। ਸੋ ਖਿਆਲ ਦਿਓ, ਬੇਨਤੀ ਕਰ ਰਹੇ ਸਾਂ, ਅੰਮ੍ਰਿਤ ਵੇਲਾ ਹੋਇਆ, ਐਸਾ ਸਮਾਂ ਹੋਇਆ, ਸੱਤਾ ਤੇ ਬਲਵੰਡਾ ਉੱਠੇ, ਇਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਵੀ ਬਣ ਕੀ ਗਿਆ, ਆਕਾਸ਼ ਵਿੱਚ ਇੰਨੇ ਸੰਘਣੇ ਬੱਦਲ, ਨਿੱਕੀ ਨਿੱਕੀ ਫੂਰ ਆਉਣੀ ਸ਼ੁਰੂ ਹੋ ਗਈ। ਇਸ਼ਨਾਨ ਪਾਣੀ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਗਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਆਣ ਕੇ ਸੁਸ਼ੋਭਿਤ ਹੋਏ, ਸੱਤਾ ਬਲਵੰਡਾ ਵੀ ਆ ਕੇ ਬਹਿ ਗਏ ਤੇ ਕੀਰਤਨ ਆਰੰਭ ਹੋ ਗਏ। ਤੁਹਾਡੇ ਵਿੱਚੋਂ ਬਹੁਤੀ ਸੰਗਤ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਔਰ ਸਰੋਵਰ ਦੇ ਦਰਸ਼ਨ ਕੀਤੇ ਨੇ। ਤੁਸੀਂ ਜਾਂਦੇ ਹੋ ਪਰਿਕਰਮਾ ਵਿੱਚ ਜਾ ਕੇ ਹਾਜ਼ਰੀਆਂ ਲਵਾਉਂਦੇ ਹੋ। ਜਿੱਥੇ ਇਸ ਵੇਲੇ ਦੁੱਖ ਭੰਜਨੀ ਬੇਰ ਹੈ ਨਾ, ਇਹਦੇ ਲਾਗੇ ਇੱਕ ਬੜਾ ਵੱਡਾ ਥੜਾ ਸਾਹਿਬ ਹੈ, ਬੜਾ ਵੱਡਾ। ਉਹ ਥੜੇ ਸਾਹਿਬ ਤੇ ਬਹਿ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕੀਰਤਨ ਸੁਣਦੇ ਹੁੰਦੇ ਸਨ। ਉਦੋਂ ਕੱਚਾ ਸੀ, ਉੱਥੇ ਬਹਿ ਕੇ ਉਹ ਸੇਵਾ ਕਰਵਾਉਂਦੇ ਸਨ ਸੰਗਤ ਤੋਂ। ਸੱਤਾ ਬਲਵੰਡਾ ਇਹਨਾਂ ਨੇ ਉੱਥੇ ਬਹਿ ਕੇ ਕੀਰਤਨ ਆਰੰਭ ਕੀਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ। ਅੱਜ ਮੌਸਮ ਖਰਾਬ ਹੈ, ਸੰਗਤ ਨਹੀਂ ਆਈ ਇੰਨੀ। ਸੰਗਤ ਓਨੀ ਕੋਈ ਹੈ ਜਿੰਨੀ ਕੋ ਸੰਗਤ ਰਾਤ ਹਰਿਮੰਦਰ ਸਾਹਿਬ ਰਹੀ ਹੈ। ਸ਼ਹਿਰ ਦੀ ਵੀ ਸੰਗਤ ਘੱਟ ਆਈ, ਕਿਉਂਕਿ ਬੱਦਲ ਇਸ ਤਰ੍ਹਾਂ ਕਾਲੀਆਂ ਘਟਾ ਚੜ ਗਈਆਂ ਸਨ ਵੀ ਹੁਣੇ ਜੇ ਬਾਹਰ ਨਿਕਲੇ ਤੇ ਪਤਾ ਨਹੀਂ ਰਾਹ ਵਿੱਚ ਹੀ ਮੀਂਹ ਨੇ ਘੇਰ ਲੈਣਾ। ਇਲਾਕੇ ਚੋਂ ਸੰਗਤ ਨਾ ਆਈ, ਸ਼ਹਿਰ ਚੋਂ ਸੰਗਤ ਨਾ ਆਈ। ਸਾਰੀ ਦਿਹਾੜੀ ਮੌਸਮ ਖਰਾਬ ਰਿਹਾ। ਦਿਨੇ ਵੀ ਕੀਰਤਨ ਹੋਇਆ, ਆਸਾ ਜੀ ਦੀ ਵਾਰ ਦਾ, ਸ਼ਾਮ ਦਾ ਵੀ ਕੀਰਤਨ ਹੋਇਆ। ਸੰਗਤ ਬੜੀ ਥੋੜੀ ਰਹੀ ਤੇ ਪੈਸੇ ਕਿੰਨੇ ਹੋਏ? ਸਾਰੀ ਦਿਹਾੜੀ ਹੋਇਆ 100 ਰੁਪਈਆ। 100 ਰੁਪਈਆ ਜਦੋਂ ਮਾਇਆ ਇਕੱਠੀ ਕੀਤੀ, 100 ਰੁਪਏ। ਬੜੇ ਦੁਖੀ ਹੋਏ। ਅੱਜ ਕੀਰਤਨ ਵਿੱਚ ਵੀ ਸਵਾਦ ਨਹੀਂ ਬਣਿਆ, ਕਿਉਂਕਿ ਮਾਇਆ ਵਿੱਚ ਧਿਆਨ ਸੀ ਵੀ ਸੰਗਤ ਆਈ ਨਹੀਂ, ਅੱਜ ਦੇ ਪੈਸੇ ਹੀ ਸਾਨੂੰ ਮਿਲਨੇ ਸਨ। ਮੌਸਮ ਖਰਾਬ ਹੈ ਤੇ ਕਿਵੇਂ ਵਿਆਹ ਹੋਏਗਾ? ਧਿਆਨ ਇਸ ਬੰਨੇ ਸੀ। ਸ਼ਾਮ ਦਾ ਵਕਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਵੀ ਸਾਰੇ ਪੈਸੇ ਸੱਤੇ ਬਲਵੰਡੇ ਨੂੰ ਦੇ ਦਿਓ। ਜਦੋਂ ਪੈਸੇ ਉਹ 100 ਰੁਪਈਆ ਸੱਤੇ ਬਲਵੰਡੇ ਨੂੰ ਦਿੱਤਾ ਤੇ ਦੁਖੀ ਤੇ ਅੱਗੇ ਹੀ ਸਨ, ਸਵੇਰ ਦੇ ਦਿਸਦਾ ਤੇ ਪਿਆ ਹੀ ਸੀ ਵੀ ਸੰਗਤ ਨਹੀਂ ਆਈ, ਪੈਸੇ ਨਹੀਂ ਹੋਏ। ਮਨ ਬੜਾ ਪਰੇਸ਼ਾਨ ਸੀ। ਜਦੋਂ 100 ਰੁਪਈਆ ਵੇਖਿਆ, ਉਹ ਪੈਸੇ ਚੁੱਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਵਗਾ ਕੇ ਸੁੱਟੇ। ਹਾਂਦੇ ਮਹਾਰਾਜ, ਅਸੀਂ ਜਾਣਦੇ ਨਹੀਂ, ਅਸੀਂ ਜਾਣ ਗਿਆ ਤੁਹਾਨੂੰ, ਅਸੀਂ ਵੀ ਮਰਾਸੀ ਹਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸੱਤਾ ਬਲਵੰਡਾ, ਤੁਸੀਂ ਇੱਕ ਦਿਨ ਦਾ ਚੜਾਵਾ ਮੰਗਿਆ ਹੈ ਤੇ ਕੁਦਰਤ ਵੱਲੋਂ ਅੱਜ ਮੌਸਮ ਖਰਾਬ ਹੋਇਆ ਹੈ, ਖਰਾਬ ਸਾਰੀ ਦਿਹਾੜੀ ਰਿਹਾ ਹੈ, ਸੰਗਤ ਨਹੀਂ ਆਈ। ਇਸ ਕਰਕੇ ਜਿੰਨੇ ਪੈਸੇ ਹੋਏ ਨੇ ਇਹ ਲੈ ਜਾਓ, ਇਹਨਾਂ ਨਾਲ ਕੰਮ ਚਲਾਓ। ਇਹ ਘਰ ਹੈ ਸਤਿਗੁਰੂ ਨਾਨਕ ਦੇਵ ਜੀ ਦਾ। ਜਿੰਨੀ ਵੀ ਮਾਇਆ ਦੀ ਲੋੜ ਹੋਏਗੀ ਉਹ ਤੁਹਾਨੂੰ ਮਿਲ ਜਾਏਗੀ। ਹਾਂਦੇ ਮਹਾਰਾਜ, ਨਾ ਹੁਣ ਤੁਹਾਡੀ ਮਾਇਆ ਦੀ ਲੋੜ ਹੈ ਤੇ ਨਾ ਹੀ ਤੁਹਾਡੀ ਲੋੜ ਹੈ। ਅਸੀਂ ਤੁਹਾਨੂੰ ਸਮਝ ਗਏ ਹਾਂ, ਤੁਹਾਨੂੰ ਜਾਣ ਗਏ ਹਾਂ।
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਸੱਤਾ ਬਲਵੰਡਾ ਮੈਂ ਕਦੋਂ ਕਹਿੰਦਾ ਤੁਸੀਂ ਮੈਨੂੰ ਨਾ ਜਾਣੋ, ਪਰ ਕੀ ਜਾਣ ਗਏ ਹੋ? ਆਂਦੇ ਜੀ ਜਾਣ ਇਹ ਗਏ ਆ ਸਾਨੂੰ ਤੇ ਤੁਸੀਂ ਕਹਿਤਾ ਵੀ ਭਲਕ ਦੀ ਮਾਇਆ ਤੁਹਾਡੀ ਹੋਈ ਸਾਰੀ, ਪਰ ਅੰਦਰ ਖਾਤੇ ਤੁਸੀਂ ਸ਼ਹਿਰ ਵਿੱਚ ਇਲਾਕੇ ਵਿੱਚ ਚਾਰ ਚਫੇਰਿਆਂ ਪਿੰਡਾਂ ਵਿੱਚ ਸਿੱਖ ਭੇਜ ਦਿੱਤੇ ਵੀ ਕੱਲ ਨੂੰ ਨਾ ਆਇਆ ਜੇ, ਕੱਲ ਨੂੰ ਨਾ ਆਇਆ ਜੇ, ਕੱਲ ਨੂੰ ਸਾਰੇ ਪੈਸੇ ਸੱਤੇ ਬਲਵੰਡੇ ਲੈ ਜਾਣੇ, ਤੇ ਜੇ ਕੋਈ ਆਵੇ ਵੀ ਤੇ ਉਹ ਆ ਕੇ ਸ਼ਬਦ ਭੇਟਾ ਮੱਥਾ ਨਾ ਟੇਕੇ। ਅਸੀਂ ਜਾਣਦੇ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਸੱਤਾ ਬਲਵੰਡਾ ਤੁਹਾਨੂੰ ਵਹਿਮ ਹੋ ਗਿਆ ਹੈ, ਤੇ ਗੁਰਮੁਖੋ ਵਹਿਮ ਇੱਕ ਉਹ ਬਿਮਾਰੀ ਹੈ ਜਿਹਦਾ ਕੋਈ ਇਲਾਜ ਨਹੀਂ। ਬੜਾ ਵੱਡਾ ਡਾਕਟਰ ਹੋਏਗਾ ਜਿਹਨੇ ਡਿਗਰੀਆਂ ਵੀ ਕੀਤੀਆਂ ਹੋਣ, ਜਦੋਂ ਬੰਦਾ ਉਹਦੇ ਕੋਲ ਵੀ ਚਲਾ ਜਾਂਦਾ ਨਾ ਤੇ ਬਿਮਾਰੀ ਮਨੁੱਖ ਦੇ ਸਰੀਰ ਵਿੱਚ ਜਦੋਂ ਕੋਈ ਨਹੀਂ ਆਉਂਦੀ ਤੇ ਉਹ ਫਿਰ ਕਹਿੰਦਾ ਵੀ ਬਿਮਾਰੀ ਨਹੀਂ ਤੈਨੂੰ ਵਹਿਮ ਹੀ ਹੋ ਗਿਆ ਹੈ। ਤੇ ਇਹ ਯਤਨ ਕਰ ਆਪਣੀ ਸੋਚ ਬਦਲ, ਵਹਿਮ ਦਵਾਈ ਨਾਲ ਠੀਕ ਨਹੀਂ ਹੁੰਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਤੁਹਾਨੂੰ ਵਹਿਮ ਹੋ ਗਿਆ ਹੈ, ਅਸਾਂ ਸੰਗਤ ਨੂੰ ਰੋਕਿਆ ਨਹੀਂ, ਸੰਗਤ ਨੂੰ ਡੱਕਿਆ ਨਹੀਂ। ਸਾਡੇ ਸਨਮਾਨ ਦੇ ਲਾਇਕ ਮਹਾਂਪੁਰਸ਼ ਬਾਬਾ ਕਪੂਰ ਸਿੰਘ ਜੀ ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਅਸਥਾਨ ਤੋਂ ਉਹ ਸੇਵਾ ਕਰ ਰਹੇ ਨੇ ਉਹਨਾਂ ਦੇ ਘਰ ਦੀ, ਜਿਨ੍ਹਾਂ ਨੇ ਆਣ ਕੇ ਦਰਸ਼ਨ ਦਿੱਤੇ ਨੇ। ਮਹਾਰਾਜ ਚੜ੍ਹਦੀ ਕਲਾ ਖਜ਼ਾਨੇ ਭਰਪੂਰ ਕਰਨ। ਸੁਣੀਏ ਬੜੇ ਪਿਆਰ ਦੇ ਨਾਲ, ਇੱਕ ਬੰਨੇ ਸੱਤਾ ਬਲਵੰਡਾ, ਇੱਕ ਬੰਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਹੜੇ ਜਵਾਬ ਸਵਾਲ ਹੋਏ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਇਹ ਜੀ ਸੱਚੇ ਪਾਤਸ਼ਾਹ ਬੋਲ ਕੇ ਸੁਣਾਵੰਦੇ, ਚਿੱਤ ਦੁਆਂਦੇ ਨੂੰ ਧੀਰਜ ਧਰਾਵੰਦੇ, ਕਿਹੜੀ ਗੱਲ ਤੁਸੀਂ ਦਿਲ ਹੋ ਡਲਾਵੰਦੇ, ਬੇਟਾ ਜਿਤਨੀ ਵੀ ਚੜੇ ਸੁਬਾ ਸ਼ਾਮ ਸਾਰੀਆ, ਸਾਰੀ ਮਾਇਆ ਜਾਨੋ ਕੱਲ ਰੋਜ਼ ਜੀਤ ਮਾਰੀਆ। ਆਏ ਅਗਲੇ ਦਿਵਸ ਦੋਵੇਂ ਭਾਈਆ, ਬੇਟਾ ਸੁਬਾ ਤਾਂ ਸ਼ਾਮ ਤੱਕ ਆਈਆ, ਪੁੱਜਾ 100 ਗਿਣਤੀ ਕਰਾਈਆ, ਔਖਾ ਹੋ ਗਿਆ ਦੋਹਾਂ ਨੂੰ ਵੇਖ ਕੇ ਤੇ ਜਰਨਾ, ਕਹਿੰਦੇ ਇਹਦੇ ਨਾਲ ਕੰਮ ਨਹੀਂ ਅਸਾਂ ਦਾ ਸਰਨਾ। ਤੇਰੇ ਦੋਹਾਂ ਦੇ ਮਲੀਨ ਜੈਤ ਕਾਏ ਕੇ, ਮਹਾਰਾਜ ਪਾਸੇ ਆਪਣੇ ਬੁਲਾਏ ਕੇ, ਦਿੰਦੇ ਹੌਸਲਾ ਨੇ ਧੀਰਜ ਧਰਾਏ ਕੇ, ਰੱਖੋ ਚਿੱਤ ਨੂੰ ਅਡੋਲ ਚਿੰਤਾ ਮਿਟਾ ਦਿਓ, ਹੋਰ ਲੈਣ ਜਿਹੜੀ ਚੀਜ਼ ਦੀ ਬਤਾ ਦਿਓ। ਅੱਗੋਂ ਭਰੇ ਹੰਕਾਰ ਦੇ ਲਾਵਦੇ, ਦੇਣਾ ਤੁਸਾਂ ਨੇ ਕੀ ਆਖ ਕੇ ਸੁਣਾਵਦੇ, ਮਾਇਆ ਗੁਰਾਂ ਅੱਗੇ ਚੁੱਕ ਕੇ ਵਗਾਵਦੇ, ਸਾਡਾ ਖਰਚਾ ਹਜ਼ਾਰਾਂ ਚਾਹੀਦਾ ਸੀ ਤਰਨਾ, ਕਹਿੰਦੇ ਇਹਦੇ ਨਾਲ ਕੰਮ ਨਹੀਂ ਅਸਾਂ ਦਾ ਸਰਨਾ। ਕਹਿੰਦੇ ਬਾਦਸ਼ਾਹ ਕਰੋਜ਼ ਵਿੱਚ ਆਓ ਨਾ, ਥੋੜੀ ਗੱਲ ਤੋਂ ਬਖਾਂਦ ਨੂੰ ਵਧਾਓ ਨਾ, ਲੈ ਜੋ ਮਾਇਆ ਏਦਾਂ ਸੁੱਟ ਕੇ ਤੇ ਜਾਓ ਨਾ, ਕਰੋ ਕਾਰਜ ਆਰੰਭੇ ਨੀ ਨਾਲ ਜਾਏਗੇ, ਹੋਰ ਲੈ ਲਿਓ ਜੇ ਜਿਤਨੀ ਵੀ ਲੋੜ ਆਏਗੇ। ਦੇਣਾ ਤੁਸਾਂ ਜੋ ਹਿਸਾਬ ਅਸਾਂ ਲਾਇਆ ਏ, ਝੂਠ ਸ਼ੋਭਦਾ ਨਾ ਕਿਸੇ ਦਾ ਛਪਾਇਆ ਏ, ਆਇਆ ਸਿੱਖਾਂ ਨੂੰ ਤੁਸਾਂ ਨੇ ਸਮਝਾਇਆ ਏ, ਸ਼ੁਰੂ ਕਰਤਾ ਇਹਨਾਂ ਨੇ ਸੰਕੋਚ ਕਰਨਾ, ਕਹਿੰਦੇ ਇਹਦੇ ਨਾਲ ਕੰਮ ਨਹੀਂ ਅਸਾਂ ਦਾ ਸਰਨਾ। ਓ ਗੁਰੂ ਘਰ ਦੇ ਤੁਸੀਂ ਉਹ ਸੇਵਾਦਾਰਿਆ, ਤੇ ਵਹਿਮ ਕਰਕੇ ਨਾ ਹੋ ਆਵਾਜ਼ਾਰਿਆ ਓਏ, ਗੁਰੂ ਘਰ ਦੇ ਤੁਸੀਂ ਉਹ ਸੇਵਾਦਾਰਿਆ, ਵਹਿਮ ਕਰਕੇ ਨਾ ਹੋ ਆਵਾਜ਼ਾਰਿਆ, ਹੋਰ ਲੈ ਜਿਓ ਜੇ ਲੋੜ ਅਨਸਾਰਿਆ, ਕਰੋ ਤੌਖਲਾ ਨਾ ਤੁਸੀਂ ਕਿਸੇ ਪ੍ਰਕਾਰ ਦਾ, ਗੁਰੂ ਸੇਵਕਾਂ ਦੇ ਕਾਜ ਆਪ ਜੇ ਸਵਾਰਦਾ। ਜਸ ਤੁਸਾਂ ਦਾ ਕਿਸਾਲ ਹੈ ਉਚਾਰਿਆ, ਇੱਕੋ ਕੰਮ ਪਿਆ ਉਹ ਵੀ ਨਹੀਂ ਸਵਾਰਿਆ, ਇਹ ਤਾਂ ਘਰ ਦੇ ਕਬੋਲ ਗਿਆ ਪਧਾਰਿਆ, ਘਰ ਬੈਠ ਗਏ ਨੇ ਆ ਕੇ ਮਾਰ ਕੇ ਤੇ ਧਰਨਾ, ਕਹਿੰਦੇ ਇਹਦੇ ਨਾਲ ਕੰਮ ਨਹੀਂ ਅਸਾਂ ਦਾ ਸਰਨਾ। ਸਿੱਖਾਂ ਮਹਾਰਾਜ ਨੂੰ ਪੁਕਾਰਿਆ, ਤੇ ਗੁਰਾਂ ਫੇਰ ਵੀ ਨਹੀਂ ਦਿਲ ਚ ਚਤਾਰਿਆ, ਓਏ ਸਿੱਖਾਂ ਮਹਾਰਾਜ ਨੂੰ ਪੁਕਾਰਿਆ, ਗੁਰਾਂ ਫੇਰ ਵੀ ਨਹੀਂ ਦਿਲ ਚ ਚਤਾਰਿਆ, ਫੇਰ ਹੋਰ ਸਿੱਖ ਭੇਜੇ ਦੂਜੀ ਵਾਰਿਆ, ਉਹਨਾਂ ਕੀਤੀਆਂ ਜਾਂ ਮਿੰਨਤਾਂ ਬਹੁਤ ਸਾਰੀਆਂ, ਓਏ ਨਹੀਂ ਕਰਮਾਂ ਦੇ ਮਾਰਿਆ ਜਰਾ ਚਤਾਰੀਆਂ। ਭਾਵੇਂ ਜੀਵਨ ਜੀਵਾਰ ਜਾਂ ਚਲਾਵਦੀ, ਬੁੱਧੀ ਉਲਟੀ ਇਨਸਾਨ ਦੀ ਹਜਾਵਦੀ, ਭਲੀ ਬੁਰੀ ਭਲੀ ਹੈ ਦਸਾਵਦੀ,
ਵੱਡੇ ਵੱਡਿਆਂ ਨੂੰ ਪਿਆ ਪੈੜੀ ਮੌਤ ਮਾਰਨਾ, ਕਹਿੰਦੇ ਇਹਦੇ ਨਾਲ ਕੰਮ ਨਹੀਂ ਅਸਾਂ ਦਾ ਸਰਨਾ, ਕਹਿੰਦੇ ਇਹਦੇ ਨਾਲ ਕੰਮ ਨਹੀਂ ਅਸਾਂ ਦਾ ਸਰਨਾ। ਉਹ ਸਾਰੀ ਮਾਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸੁੱਟ ਕੇ ਮਾੜੇ ਸ਼ਬਦ ਬੋਲਦੇ ਹੋਏ ਇਹ ਵਾਪਸ ਆਪਣੇ ਘਰ ਆ ਗਏ। ਘਰ ਵਾਲੀਆਂ ਨੂੰ ਦੱਸਿਆ, ਬੱਚਿਆਂ ਨੂੰ ਦੱਸਿਆ ਵੀ ਅੱਜ ਸਾਡੇ ਨਾਲ ਸਤਿਗੁਰਾਂ ਨੇ ਇਸ ਤਰ੍ਹਾਂ ਕੀਤੀ ਹੈ। ਬੜੇ ਸਾਰੇ ਜੀ ਪਰੇਸ਼ਾਨ ਹੋਏ। ਅਗਲਾ ਦਿਨ ਚੜਿਆ, ਅੰਮ੍ਰਿਤ ਵੇਲਾ ਹੋਇਆ ਤੇ ਅੱਜ ਮੌਸਮ ਸਹੀ ਹੈ। ਜਿਵੇਂ ਪਹਿਲਾਂ ਸੰਗਤ ਆਉਂਦੀ ਹੁੰਦੀ ਸੀ, ਇਲਾਕੇ ਦੀ, ਸ਼ਹਿਰ ਦੀ ਹੁੰਮ ਹਮਾ ਕੇ ਬੜੇ ਵੱਡੀ ਤਦਾਦ ਨਾਲ ਸੰਗਤ ਉਸੇ ਤਰ੍ਹਾਂ ਅਗਲੇ ਦਿਨ ਆਈ। ਗੁਰੂ ਸਾਹਿਬ ਜੀ ਵੀ ਆ ਕੇ ਥੜੇ ਸਾਹਿਬ ਤੇ ਸ਼ਿਸ਼ੋਭਤ ਹੋਏ, ਸਤਿਗੁਰੂ ਜੀ ਵੀ ਆ ਗਏ, ਸੰਗਤ ਵੀ ਆ ਗਈ, ਪਰ ਅੱਜ ਸੱਤਾ ਬਲਵੰਡਾ ਨਹੀਂ ਆਏ, ਅੱਜ ਕੀਰਤਨ ਨਹੀਂ ਹੋ ਰਿਹਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਅੱਜ ਸੱਤਾ ਬਲਵੰਡਾ ਕਿਤੇ ਬਾਹਰ ਗਏ ਨੇ, ਅੱਜ ਕੀਰਤਨ ਨਹੀਂ ਹੋ ਰਿਹਾ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਮੁਸਕਰਾ ਕੇ ਕਹਿਣ ਲੱਗੇ, ਆਂਦੇ ਨੇ ਡੂਮ ਸਾਡੇ ਨਾਲ ਰੁੱਸ ਗਏ ਨੇ, ਸਾਡੇ ਨਾਲ ਕੱਲ ਦੇ ਨਾਰਾਜ਼ ਹੋ ਗਏ ਨੇ, ਪਰ ਕੋਈ ਗੱਲ ਨਹੀਂ, ਅਸੀਂ ਉਹਨਾਂ ਨੂੰ ਮਨਾ ਲਿਆਉਂਦੇ। ਸੱਚੇ ਪਾਤਸ਼ਾਹ ਨੇ 2 ਸਿੱਖ ਭੇਜੇ, ਬੜੇ ਸਿਆਣੇ ਸਿੱਖ ਭੇਜੇ ਵੀ ਜਾਓ ਸੱਤੇ ਬਲਵੰਡੇ ਨੂੰ ਸੱਦ ਕੇ ਲਿਆਓ। ਉਹ ਗਏ, ਉਹਨਾਂ ਨੇ ਬੜੀਆਂ ਮਿੰਨਤਾਂ ਕੀਤੀਆਂ, ਆਖਿਆ ਸੱਤਾ ਬਲਵੰਡਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭੇਜੇ ਹੋਏ ਆਏ ਆ, ਸੰਗਤ ਤੁਹਾਡਾ ਰਾਹ ਵਹਿੰਦੀ ਹੈ ਤੇ ਸਤਿਗੁਰਾਂ ਦਾ ਹੁਕਮ ਹੈ ਆਣ ਕੇ ਸੰਗਤ ਨੂੰ ਕੀਰਤਨ ਦੇ ਨਾਲ ਜੋੜਨ, ਅਸੀਂ ਉਹਨਾਂ ਦੇ ਭੇਜੇ ਹੋਏ ਆਏ ਆ ਤੇ ਚੱਲੋ ਸਾਡੇ ਨਾਲ। ਆਂਦੇ ਨੇ ਉਸੇ ਤੁਰ ਦੀਏ ਜਿੱਥੇ ਕੱਲ ਸਾਡਾ ਅਪਮਾਨ ਹੋਇਆ ਹੈ, ਸਾਡੀ ਨਰਾਦਰੀ ਹੋਈ ਹੈ, ਜਾਓ ਚਲੇ ਜਾਓ, ਅਸਾਂ ਨਹੀਂ ਜਾਣਾ, ਸਾਨੂੰ ਉਸ ਗੁਰੂ ਦੀ ਲੋੜ ਨਹੀਂ। ਸਿੱਖ ਵਾਪਸ ਆ ਗਏ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਰਾ ਕੁਝ ਉਸੇ ਤਰ੍ਹਾਂ ਵਿਸਥਾਰ ਨਾਲ ਦੱਸਿਆ ਵੀ ਆ ਕੁਝ ਕਹਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁੱਸਾ ਨਹੀਂ ਕੀਤਾ। ਉਦੋਂ ਵੀ ਸਿਆਣੇ ਸਿੱਖ 2 ਹੋਰ ਭੇਜੇ, ਉਦੋਂ ਵੀ ਸਿਆਣੇ, ਉਹਨਾਂ ਵੀ ਜਾ ਕੇ ਬੜੀਆਂ ਮਿੰਨਤਾਂ ਕੀਤੀਆਂ ਵੀ ਨਾਰਾਜ਼ ਨਾ ਹੋਵੋ, ਗੁੱਸਾ ਨਾ ਕਰੋ, ਗੁਰੂ ਦਰਬਾਰ ਹੈ, ਸਤਿਗੁਰੂ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ, ਸੰਗਤ ਤੁਹਾਡਾ ਰਾਹ ਵਹਿੰਦੀ ਹੈ ਤੇ ਤੁਸੀਂ ਜੇ ਨਾ ਗਏ, ਜੇ ਗੁਰੂ ਅਰਜਨ ਦੇਵ ਜੀ ਤੁਹਾਡੇ ਤੇ ਨਾਰਾਜ਼ ਹੋ ਗਏ ਤੇ ਸਤਿਗੁਰਾਂ ਦੀ ਨਾਰਾਜ਼ਗੀ ਝੱਲ ਲਓਗੇ। ਜਿੰਨਾ ਵੀ ਤੁਹਾਡਾ ਇਲਾਕੇ ਵਿੱਚ ਮਾਣ ਸਤਿਕਾਰ ਹੈ, ਸੰਗਤ ਵਿੱਚ ਸਤਿਕਾਰ ਹੈ, ਉਹ ਤਾਂ ਹੀ ਹੈ ਵੀ ਗੁਰੂ ਅਰਜਨ ਦੇਵ ਜੀ ਤੁਹਾਡੇ ਤੇ ਖੁਸ਼ ਨੇ, ਤੁਹਾਨੂੰ ਮਾਣ ਦਿੰਦੇ ਨੇ, ਸਨਮਾਨ ਦਿੰਦੇ ਨੇ। ਜੇ ਸਤਿਗੁਰੂ ਨਾਰਾਜ਼ ਹੋ ਗਏ, ਇਹ ਸਾਰਾ ਸਤਿਕਾਰ, ਮਾਣ, ਸਨਮਾਨ ਖਤਮ ਹੋ ਜਾਣਾ, ਕਿਸੇ ਨੇ ਵੇਖਣਾ ਹੀ ਨਹੀਂ ਤੁਹਾਡੇ ਵੱਲ ਤੇ ਸਤਿਗੁਰਾਂ ਦੀ ਨਾਰਾਜ਼ਗੀ ਝੱਲ ਲੋਗੇ। ਇਹ ਬੜੇ ਹੰਕਾਰ ਵਿੱਚ ਸਨ, ਬੜੇ ਮਾਣ ਵਿੱਚ ਸਨ। ਆਂਦੇ ਨੇ ਨਾਰਾਜ਼ਗੀ ਵਾਲੀ ਕਿਹੜੀ ਗੱਲ ਹੈ, ਗੁਰੂ ਬਣਾਇਆ ਕਿੰਨੇ ਹੈ, ਗੁਰੂ ਬਣਾਇਆ ਹੀ ਅਸਾਂ। ਸਾਡੀਆਂ ਆਵਾਜ਼ਾਂ ਵਿੱਚ ਐਸੀ ਕਸ਼ਿਸ਼ ਹੈ, ਸਾਡੇ ਸੰਗੀਤ ਵਿੱਚ ਐਸਾ ਉਹ ਰੋਹ ਹੈ, ਉੱਡਦੇ ਪੰਛੀ ਵੀ ਅਸੀਂ ਕੀਰ ਲੈਨੇ ਆ। ਕੀਰਤਨ ਹੁੰਦਾ ਹੈ, ਸੰਗਤੀ ਇਕੱਠੀ ਹੁੰਦੀ ਹੈ ਤੇ ਫੇਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੱਥਾ ਟੇਕਦਾ ਹੈ। ਗੁਰੂ ਬਣਾਇਆ ਹੀ ਅਸਾਂ, ਨਾਰਾਜ਼ਗੀ ਵਾਲੀ ਕਿਹੜੀ ਗੱਲ ਹੈ। ਉਹਨਾਂ ਸਿੱਖਾਂ ਨੇ ਆਣ ਕੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਸੇ ਤਰ੍ਹਾਂ ਦੱਸ ਦਿੱਤਾ ਤੇ ਗੁਰਮੁਖੋ, ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਮਹਾਨ ਸਤਿਗੁਰੂ ਨੇ, ਭੱਟਾਂ ਦੇ ਸਵਈਆਂ ਨੇ ਸਿਫਤ ਕੀਤੀ ਹੈ, ਗੁਰ ਅਰਜਨ ਪ੍ਰਤੱਖ ਹਰ, ਅਕਾਲ ਪੁਰਖ ਦਾ ਰੂਪ ਹੈ, ਖੁਦ ਆਪ ਪਰਮੇਸ਼ਰ ਹੈ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਮਹਾਨ ਸਤਿਗੁਰੂ, ਜਿੰਨੀ ਵੀ ਦੇਣ ਗੁਰਬਾਣੀ ਦੀ ਦੇਣ ਹੈ, ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੇਣ ਹੈ, ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਤੇ ਪਰਉਪਕਾਰ ਕੀਤਾ, ਇਹ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ, ਜਿਹੜਾ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਮਾਨਵਤਾ ਦੇ ਭਲੇ ਵਾਸਤੇ ਸੰਗਤ ਨੂੰ ਦਿੱਤਾ। ਧਿਆਨ ਦੇਣਾ ਬੇਨਤੀ ਕਰਦਾ ਸਾਂ, ਉਹ ਮਹਾਨ ਸਤਿਗੁਰੂ ਜਿਨ੍ਹਾਂ ਨੂੰ ਸ਼ਾਂਤੀ ਦੇ ਪੁੰਜ ਆਖਿਆ ਗਿਆ ਹੈ, ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੂੰ ਕਦੇ ਵੀ ਗੁੱਸਾ ਨਹੀਂ ਆਇਆ, ਜਿਨ੍ਹਾਂ ਦਾ ਚਿਹਰਾ ਸਦਾ ਹੀ ਗੁਲਾਬ ਦੇ ਫੁੱਲ ਵਾਂਗ ਖਿੜਿਆ ਹੀ ਰਹਿੰਦਾ, ਖਿੜਿਆ ਹੀ ਰਹਿੰਦਾ।
ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਦੱਸਿਆ ਭਈ ਸੱਤਾ ਬਲਵੰਡਾ ਆ ਕਹਿੰਦੇ ਨੇ। ਸਤਿਗੁਰੂ ਮੁਸਕਰਾ ਕੇ ਕਹਿੰਦੇ ਨੇ ਕੋਈ ਗੱਲ ਨਹੀਂ, ਆਓ ਭਾਈ ਗੁਰਦਾਸ ਜੀ ਆਪਾਂ ਚੱਲੀਏ। ਗੁੱਸਾ ਨਹੀਂ ਕੀਤਾ ਵੀ ਮੈਂ 2 ਵਾਰ ਸੁਣਿਆ ਭੇਜੇ। ਭਾਈ ਗੁਰਦਾਸ ਜੀ ਨੂੰ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੀਸਰੀ ਵਾਰ ਆਪ ਗਏ। ਦਰਵਾਜ਼ੇ ਅੱਗੇ ਖਲੋਤੇ ਜਾ ਕੇ, ਜਿੱਥੇ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਹੈ, ਇਹਦੇ ਪਿਛਲੇ ਬੰਨੇ ਸੱਤੇ ਬਲਵੰਡੇ ਦਾ ਘਰ ਹੁੰਦਾ ਸੀ। ਪਿਛਲੇ ਬੰਨੇ ਸੱਚੇ ਪਾਤਸ਼ਾਹ ਦਰਵਾਜ਼ੇ ਅੱਗੇ ਖਲੋ ਗਏ। ਅੰਮ੍ਰਿਤ ਵੇਲਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦਰਵਾਜ਼ੇ ਅੱਗੇ ਖਲੋ ਕੇ ਜਾ ਕੇ ਨਾਰਾ ਮਾਰਦੇ ਨੇ, ਆਂਦੇ ਨੇ ਸਤ ਕਰਤਾਰ। ਸਤ ਕਰਤਾਰ ਦਾ ਬੋਲ ਮਾਰ ਕੇ, ਸੱਦ ਮਾਰ ਕੇ ਸੱਚੇ ਪਾਤਸ਼ਾਹ ਅੰਦਰ ਲੰਘ ਗਏ। ਸੱਤਾ ਬਲਵੰਡਾ ਦੋਵੇਂ ਭਰਾ ਹੰਕਾਰ ਦੇ ਭਰੇ ਹੋਏ ਮੰਜਿਆਂ ਤੇ ਬੈਠੇ ਨੇ। ਇਹਨਾਂ ਦੇ ਮਨ ਵਿੱਚ ਇਹ ਨਹੀਂ ਆਇਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਆਏ ਨੇ, ਉੱਠ ਕੇ ਮੱਥਾ ਟੇਕੀਏ, ਜੀ ਆਇਆਂ ਨੂੰ ਆਖੀਏ। ਹੰਕਾਰ ਪੁਣੇ ਦੇ ਵਿੱਚ ਬੈਠੇ ਰਹੇ ਆਕੜ ਕੇ ਮੰਜਿਆਂ ਤੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਏ ਤੇ ਕਹਿਣ ਲੱਗੇ, ਸੱਤਾ ਬਲਵੰਡਾ ਤੁਸੀਂ ਨਾਰਾਜ਼ਗੀ ਜੇ ਹੈ ਤੁਹਾਡੀ ਤੇ ਉਹ ਮੇਰੇ ਨਾਲ ਹੈ, ਸੰਗਤ ਨਾਲ ਤੇ ਕੋਈ ਨਾਰਾਜ਼ਗੀ ਨਹੀਂ। ਸੰਗਤ ਤੁਹਾਡਾ ਰਾਹ ਉਡੀਕਦੀ ਹੈ, ਚੱਲੋ ਸੰਗਤ ਨੂੰ ਜਾ ਕੇ ਗੁਰਬਾਣੀ ਦੇ ਨਾਲ ਜੋੜੋ, ਸ਼ਬਦ ਦੇ ਨਾਲ ਜੋੜੋ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਸਗਲੀ ਚਿੰਤ ਉਹਦੀ ਮਿਟਦੀ ਹੈ ਜਿਹਦੀ ਲਿਵ ਲੱਗ ਗਈ ਹੈ, ਜਿਹਦੇ ਅੰਦਰ ਬਾਣੀ ਵਸ ਗਈ ਹੈ, ਦੂਜੇ ਦੀ ਨਹੀਂ। ਜਿਹਦੇ ਅੰਦਰ ਬਾਣੀ ਵਸ ਗਈ ਹੈ, ਜਿਹਦਾ ਬਾਣੀ ਨਾਲ ਪਿਆਰ ਹੀ ਇੰਨਾ ਹੋ ਗਿਆ ਹੈ, ਉਹ ਬਚ ਹੀ ਨਹੀਂ ਸਕਦਾ। ਉਹਦੇ ਅੰਦਰ ਸ਼ਬਦ ਚੱਲਦਾ ਹੀ ਰਹਿੰਦਾ ਹੈ ਤੇ ਸ਼ਬਦ ਵਿੱਚ ਇੰਨੀ ਸ਼ਕਤੀ ਹੈ, ਇੰਨੀ ਪਾਵਰ ਹੈ। ਗੁਰਮੁਖ ਹੋਏ ਦਰਗਾਹ ਵਿੱਚੋਂ ਆਇਆ ਹੈ, ਧੁਰੋਂ ਆਇਆ ਹੈ, ਪਰਮੇਸ਼ਰ ਦੇ ਘਰੋਂ ਆਇਆ ਹੈ। ਜਦੋਂ ਹਿਰਦੇ ਵਿੱਚ ਸ਼ਬਦ ਵਸ ਜਾਏ, ਸ਼ਬਦ ਨਾਲ ਪਿਆਰ ਹੋ ਜਾਏ, ਫਿਰ ਅੰਤ ਸਮੇਂ ਜਦੋਂ ਬੰਦਾ ਸਰੀਰ ਛੱਡਦਾ ਹੈ ਨਾ, ਸ਼ਬਦ ਵਸਿਆ ਹੋਵੇ ਦੇ ਮਨ ਵਿੱਚ, ਫਿਰ ਰਸਤੇ ਵਿੱਚ ਭੜਕਣ ਨਹੀਂ ਦਿੰਦਾ। ਜਿਹੜੀ ਦੁਨੀਆ ਚੋਂ ਸ਼ਬਦ ਆਇਆ ਹੁੰਦਾ ਉਸੇ ਦੁਨੀਆ ਵਿੱਚ ਹੀ ਲੈ ਜਾਂਦਾ। ਸ਼ਬਦ ਵਿੱਚ ਇੰਨੀ ਸ਼ਕਤੀ ਹੈ, ਇੰਨੀ ਤਾਕਤ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਚਲੋ ਸੰਗਤ ਤੁਹਾਡਾ ਰਾਹ ਵਹਿੰਦੀ ਹੈ, ਸੰਗਤ ਨੂੰ ਚੱਲ ਕੇ ਸ਼ਬਦ ਦੇ ਨਾਲ ਜੋੜੋ, ਗੁਰਬਾਣੀ ਦੇ ਨਾਲ ਜੋੜੋ। ਆਂਦੇ ਮਹਾਰਾਜ ਜੀ ਕੱਲ ਵਾਲਾ ਅਪਮਾਨ ਅਸੀਂ ਭੁੱਲੇ ਨਹੀਂ। ਸਾਡੀ ਬੜੀ ਨਿਰਾਦਰੀ ਹੋਈ ਹੈ ਦਰਬਾਰ ਵਿੱਚ ਸੰਗਤ ਦੇ ਸਾਹਮਣੇ, ਅਸੀਂ ਨਹੀਂ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਗੁੱਸਾ ਨਾ ਕਰੋ, ਅਸਾਂ ਕੱਲ ਵੀ ਆਖਿਆ ਸੀ ਵੀ ਤੁਹਾਨੂੰ ਵਹਿਮ ਹੋ ਗਿਆ ਹੈ ਤੇ ਵਹਿਮ ਦਾ ਕੋਈ ਇਲਾਜ ਨਹੀਂ। ਇਹ ਜਿੰਨੀ ਕੁ ਮਾਇਆ ਤੁਹਾਡੇ ਕੋਲ ਹੈ, ਇਹਦੇ ਨਾਲ ਕੰਮ ਚਲਾਓ। ਤੁਸੀਂ ਗੁਰੂ ਨਾਨਕ ਦੇ ਘਰ ਦੇ ਹਜ਼ੂਰੀ ਕੀਰਤਨੀ ਜਥਾ ਹੈ, ਜਿੰਨੇ ਵੀ ਪੈਸਿਆਂ ਦੀ ਲੋੜ ਹੋਏਗੀ ਸਤਿਗੁਰੂ ਨਾਨਕ ਦੇ ਘਰੋਂ ਤੁਹਾਨੂੰ ਮਿਲਣਗੇ। ਆਂਦੇ ਮਹਾਰਾਜ ਅਸੀਂ ਨਹੀਂ ਜਾਣਾ, ਜਾਓ ਤੁਸੀਂ ਚਲੇ ਜਾਓ। ਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਇਹ ਵੀ ਸ਼ਬਦ ਕਹਿ ਦਿੱਤੇ। ਸਾਹਿਬ ਕਹਿੰਦੇ ਨੇ, ਉਹ ਮੈਂ ਸੰਗਤ ਨਾਲ ਵਾਅਦਾ ਕਰਕੇ ਆਇਆ ਵੀ ਹੁਣ ਮੈਂ ਚੱਲਿਆ, ਉਹਨਾਂ ਨੂੰ ਲੈ ਕੇ ਆਵਾਂਗਾ। ਉਹ ਮੇਰੀ ਲਾਜ ਰੱਖ ਲਓ, ਮੇਰੀ ਲਾਜ ਰੱਖ ਲਓ। ਮੈਂ ਸੰਗਤ ਨੂੰ ਕਹਿ ਕੇ ਆਇਆ ਕਿ ਮੈਂ ਨਾਲ ਲੈ ਕੇ ਆਵਾਂ। ਆਂਦੇ ਮਹਾਰਾਜ ਬਿਲਕੁਲ ਨਹੀਂ ਜਾਵਾਂਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਸੱਤਾ ਬਲਵੰਡਾ ਮੈਂ ਤੁਹਾਡੇ ਨਾਲ ਇੰਨਾ ਪਿਆਰ ਐਵੇਂ ਨਹੀਂ ਕਰਦਾ, ਤੁਹਾਡੀ ਖਿੱਚ ਐਵੇਂ ਨਹੀਂ ਕਰਦਾ। ਤੁਹਾਡੀ ਤੇ ਸਾਡੀ ਬੜੀ ਪੁਰਾਣੀ ਸਾਂਝ ਹੈ, ਪੁਰਾਣੀ ਸਾਂਝ। ਮਹਾਰਾਜ ਉਹ ਕਿਵੇਂ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਆਂਦੇ ਨੇ ਤੱਕੋ ਆਪਣੇ ਵੱਡੇ ਮਰਦਾਨੇ ਮਰਾਸੀ ਵੱਲ, ਔਰ ਸਾਡੇ ਵੱਡੇ ਧੰਨ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਵੱਲ, ਜਿਨੇ ਸਾਰੀ ਜ਼ਿੰਦਗੀ ਮਰਦਾਨੇ ਨੇ ਸਾਰੀ ਜ਼ਿੰਦਗੀ ਸਤਿਗੁਰੂ ਨਾਨਕ ਦੇਵ ਜੀ ਦੇ ਨਾਲ ਕੀਰਤਨ ਕਰਦਿਆਂ ਹੀ ਬਤੀਤ ਕਰ ਦਿੱਤੀ ਹੈ। ਇਤਿਹਾਸ ਵਿੱਚ ਆਉਂਦਾ ਉਹਨੇ 52 ਸਾਲ ਕੀਰਤਨ ਕੀਤਾ ਸੀ ਗੁਰੂ ਨਾਨਕ ਦੇਵ ਜੀ ਦੇ ਨਾਲ। 52 ਸਾਲ ਸਾਰੀ ਜ਼ਿੰਦਗੀ ਜਿਨੇ ਕੀਰਤਨ ਕਰਕੇ ਬਤੀਤ ਕਰ ਦਿੱਤੀ ਹੈ। ਉਦੋਂ ਤੋਂ ਲੈ ਕੇ ਤੁਹਾਡੇ ਨਾਲ ਸਾਡੀ ਸਾਂਝ ਤੁਰੀ ਆ ਰਹੀ ਹੈ। ਸੱਤਾ ਤੇ ਬਲਵੰਡਾ ਇਹ ਮਰਦਾਨੇ ਕੀ ਅੰਸ਼ ਵਿੱਚੋਂ ਸਨ, ਉਸੇ ਗੋਤ ਵਿੱਚੋਂ ਸਨ, ਮਰਦਾਨੇ ਕੀ ਅੰਸ਼-ਬੰਸ਼ ਸੀ। ਸੱਚੇ ਪਾਤਸ਼ਾਹ ਕਹਿੰਦੇ ਨੇ, ਉਦੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝ ਹੈ, ਮੈਂ ਐਵੇਂ ਤੁਹਾਡੀ ਖਿੱਚ ਨਹੀਂ ਕਰਦਾ। ਆਂਦੇ ਨੇ ਮਹਾਰਾਜ, ਇਹ ਫਿਰ ਹੋਰ ਭੈੜਾ ਬੋਲੇ। ਆਂਦੇ ਨੇ ਮਹਾਰਾਜ
ਸਾਡਾ ਜਿਹੜਾ ਮਰਦਾਨਾ ਮਰਾਸੀ ਸੀ ਨਾ, ਉਹ ਵਿਦਵਾਨ ਬੜਾ ਸੀ, ਸਿਆਣਾ ਬੜਾ ਸੀ, ਪਰ ਗੁਰੂ ਨਾਨਕ ਦੇਵ ਨੂੰ ਸਮਝ ਨਹੀਂ ਸਕਿਆ। ਗੁਰੂ ਨਾਨਕ ਦੀ ਗੁਰਿਆਈ ਗੱਦੀ ਬਣਾਈ ਸਾਡੇ ਮਰਦਾਨੇ ਮਰਾਸੀ ਨੇ ਸੀ। ਗੁਰੂ ਨਾਨਕ ਨੂੰ ਕੌਣ ਜਾਣਦਾ ਸੀ? ਮਰਦਾਨਾ ਰਬਾਬ ਵਜਾਉਂਦਾ ਸੀ, ਲੋਕ ਇਕੱਠੇ ਹੁੰਦੇ ਸਨ, ਫੇਰ ਗੁਰੂ ਨਾਨਕ ਦੇਵ ਨੂੰ ਮੱਥਾ ਟੇਕਦਾ ਸੀ। ਤੇ ਤੁਸੀਂ ਗੁਰੂ ਨਾਨਕ ਤੋਂ ਲੈ ਕੇ ਹੁਣ ਤੱਕ ਸਾਨੂੰ ਚਾਰਦੇ ਹੀ ਆਏ ਹੋ, ਚਾਰਦੇ ਹੀ ਆਏ। ਮਰਦਾਨਾ ਵਿਦਵਾਨ ਸੀ, ਸੰਗੀਤਕਾਰ ਸੀ, ਪਰ ਬੰਦਾ ਭੋਲਾ ਸੀ। ਜਿਹੜੀ ਉਹਨੇ ਗਲਤੀ ਕੀਤੀ ਹੈ ਉਹ ਅਸੀਂ ਗਲਤੀ ਨਹੀਂ ਕਰਨੀ, ਅਸੀਂ ਤੁਹਾਨੂੰ ਜਾਣ ਗਏ। ਰਹਿਤਨਾਮੇ ਵਿੱਚ ਪਾਠ ਆਉਂਦਾ ਹੈ, ਗੁਰ ਕੀ ਨਿੰਦਾ ਸੁਣੇ ਨਹਿ ਕਾਨ, ਸੀਸ ਭੇਟ ਕਰੇ ਕਿਰਪਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਕਦੇ ਵੀ ਗੁੱਸੇ ਵਿੱਚ ਨਹੀਂ ਸਨ ਆਏ, ਗੁੱਸੇ ਵਿੱਚ ਆ ਗਏ। ਆਂਦੇ ਨੇ, ਉਹ ਦੁਸ਼ਟੋ ਫਿੱਟ ਗਏ ਹੋ ਸਾਡੇ ਮੂੰਹ ਤੇ, ਸਾਡੇ ਵੱਡਿਆਂ ਦੀ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਿੰਦਾ ਕਰਦੇ ਹੋ। ਇੱਕ ਬੰਨੇ ਸੱਚੇ ਪਾਤਸ਼ਾਹ, ਦੂਸਰੇ ਬੰਨੇ ਸੱਤਾ ਤੇ ਬਲਵੰਡਾ। ਜਿਸ ਤਰ੍ਹਾਂ ਜੋ ਜੋ ਗੱਲਾਂ ਬਾਤਾਂ ਹੋਈਆਂ, ਸ਼ਾਂਤੀ ਦੇ ਪੁੰਜ ਸੱਚੇ ਪਾਤਸ਼ਾਹ ਜੀ ਵਿੱਚ ਜਵਾਬ ਦੇ ਰਹੇ ਸਨ। ਇਉਂ ਬੇਨਤੀ ਕੀਤੀ ਜਾ ਰਹੀ। ਏ ਜੀ ਵਾਪਸ ਮੁੜ ਆਏ ਨੇ ਸਿੱਖ ਸਤਿਗੁਰ ਦੇ ਕੋਲ ਜੀ, ਕਹਿੰਦੇ ਮਹਾਰਾਜ ਇਹਨਾਂ ਨੇ ਬੋਲੇ ਕਾ ਬੋਲ ਜੀ। ਸ਼ਾਂਤੀ ਦੇ ਪੁੰਜ ਸਤਿਗੁਰੂ ਰਹੇ ਆ ਡੋਲ ਜੀ, ਲਾਈ ਨਾ ਡੇਰੀ ਸਤਿਗੁਰ ਹੋਏ ਤਿਆਰ ਆ। ਆਏ ਚੱਲ ਆਪ ਸਤਿਗੁਰੂ ਤੀਸਰੀ ਵਾਰ ਆ, ਸੱਤੇ ਬਲ ਵੰਡੇ ਦੇ ਘਰ। ਮਤ ਕਰ ਤਾਰ ਗੁਰਾਂ ਨੇ ਜਾ ਕੇ ਬਲਾਈਆ, ਉੱਠ ਕੇ ਨਾ ਖੜੇ ਦੋਹਾਂ ਨੇ ਜੀਬਾ ਹਲਾਈਆ। ਵੱਡੇ ਮੂੰਹ ਪਾਏ ਮੱਥੇ ਵੱਟ ਅੱਖ ਨਾ ਮਲਾਈਆ, ਰੱਜੇ ਜਿਉ ਮਹਿਰੂ ਬੈਠੇ ਰਹੇ ਫੰਕਾਰ ਦੇ। ਕਰਨਾ ਸਤਕਾਰ ਭੁੱਲ ਗਏ ਪਰੇ ਹੰਕਾਰ ਦੇ, ਮਾਰੀ ਮਤ ਗਈ ਦੋਹਾਂ ਦੀ। ਮਿੱਠੇ ਜੈ ਬੋਲ ਰਸੀਲੇ, ਮਿੱਠੇ ਜੈ ਬੋਲ ਰਸੀਲੇ, ਸਤਿਗੁਰ ਆਲਾਮ ਦੇ। ਕਾਨੂੰ ਬਲਵੰਡ ਰਾਏ ਜੀ ਕ੍ਰੋਧ ਲੈ ਆਵੰਦੇ, ਲੈ ਲਿਓ ਹੋਰ ਮਾਇਆ ਜਿਤਨੀ ਤੁਸੀਂ ਚਾਹਵੰਦੇ। ਓਏ ਤੱਕਦੀ ਪਈ ਰਾਤ ਤੁਸਾਂ ਦਾ ਸੰਗਤ ਆਵਾਜ਼ਾਰ ਆ। ਆਏ ਚੱਲ ਆਪ ਸਤਿਗੁਰੂ ਓਏ ਤੀਸਰੀ ਵਾਰ ਆ, ਸੱਤੇ ਬਲ ਵੰਡੇ ਦੇ ਘਰ। ਬੋਲੇ ਅਬਾ ਮਾਨੀ ਹੁਣ ਤੇ ਆਇਆ ਖਿਆਲ ਜੇ, ਚੱਲਿਆ ਨੀ ਚਾਰਾ ਆ ਕੇ ਪਾਇਆ ਸਵਾਲ ਜੇ। ਬਣੀ ਗੁਰਿਆਈ ਤੁਸਾਂ ਦੀ ਅਸਾਂ ਦੇ ਨਾਲ ਜੇ, ਖਾ ਕੇ ਕਮਾਈ ਸਾਡੀ ਫਿਰਦੇ ਡਕਾਰ ਦੇ। ਕਰਨਾ ਸਤਕਾਰ ਭੁੱਲ ਗਏ ਪਰੇ ਹੰਕਾਰ ਦੇ, ਮਾਰੀ ਮਤ ਗਈ ਦੋਹਾਂ ਦੀ। ਓ ਵੇਖੋ ਗੁਰੂ ਨਾਨਕ ਦੇ ਮਰ ਦਾਨੇ ਦੇ ਵੱਲ, ਓਏ ਸਾਡੀ ਤੁਹਾਡੀ ਬਾਣੀ ਚਿਰਾਂ ਦੀ ਗੱਲ। ਓਏ ਵੇਲਾ ਜੋ ਅੱਜ ਬੀਤਿਆ ਆਉਣਾ ਨਹੀਂ ਕੱਲ। ਓਏ ਹੱਥੋਂ ਕਿਉਂ ਸਮਾਂ ਗਵਾਉਂਦੇ ਕਰਦੇ ਪੈ ਟਾਰਿਆ। ਆਏ ਚੱਲ ਆਪ ਸਤਿਗੁਰੂ ਓਏ ਤੀਸਰੀ ਵਾਰ ਆ, ਸੱਤੇ ਬਲ ਵੰਡੇ ਦੇ ਘਰ। ਜੀਵਨ ਸਿੰਘ ਹੁਣ ਹਾਰ ਦੇ ਕਾਰੇ ਅਜੀਬਿਆ, ਬਦਲਦੀ ਕਰਮ ਗਤੀ ਤਾਂ ਹਰ ਦੇ ਨਸੀਬਿਆ। ਭੋਗ ਦੇ ਕਰਮਾਂ ਦੇ ਫਲ ਰਾਣੇ ਗਰੀਬਿਆ, ਵੇਖੇ ਨੇ ਵਲੀ ਪੀਰ ਵੀ ਹੋਣੀ ਤੋਂ ਹਾਰ ਦੇ। ਕਰਨਾ ਸਤਕਾਰ ਭੁੱਲ ਗਏ ਪਰੇ ਹੰਕਾਰ ਦੇ, ਮਾਰੀ ਮਤ ਗਈ ਦੋਹਾਂ ਦੀ। ਇਹਨਾਂ ਦੀ ਮੱਤ ਮਾਰੀ ਗਈ, ਐਸਾ ਹੰਕਾਰ ਦਾ ਕਤਰਾ ਵਾਰਦ ਹੋਇਆ।
ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਉਹ ਦੁਸ਼ਟੋ, ਉਹ ਫਿੱਟ ਗਏ ਹੋ, ਸਾਡੇ ਵੱਡਿਆਂ ਦੀ ਨਿੰਦਿਆ ਕਰਦੇ ਹੋ, ਹੁਣ ਤੁਹਾਡੀ ਲੋੜ ਨਹੀਂ ਰਹੀ। ਸੱਚੇ ਪਾਤਸ਼ਾਹ ਕਹਿੰਦੇ ਨੇ, ਆਓ ਭਾਈ ਗੁਰਦਾਸ ਜੀ ਆਪਾਂ ਚੱਲੀਏ, ਇਹ ਆਪਣੇ ਵਾਲੇ ਨਹੀਂ ਗਏ। ਸਾਹਿਬ ਕਹਿਣ ਲੱਗੇ, ਦਰ ਦਰ ਖੁਆਰ ਹੋਣਗੇ ਜਿਹੜੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਨਿੰਦਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਵਾਪਸ ਆ ਗਏ ਤੇ ਸੰਗਤ ਰਾਹ ਉਡੀਕ ਰਹੀ ਸੀ ਵੀ ਸੱਚੇ ਪਾਤਸ਼ਾਹ ਆਪ ਗਏ ਨੇ, ਸੱਤਾ ਤੇ ਬਲਵੰਡਾ ਆਉਂਦੇ ਹੀ ਹੋਣਗੇ ਨਾਲ। ਜਦ ਸਤਿਗੁਰਾਂ ਦੇ ਨਾਲ ਨਾ ਵੇਖੇ ਤੇ ਸੰਗਤ ਕਹਿਣ ਲੱਗੀ, ਮਹਾਰਾਜ ਸੱਤਾ ਬਲਵੰਡਾ ਤੁਹਾਡੇ ਨਾਲ ਵੀ ਨਹੀਂ ਆਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉਹਨਾਂ ਦੀ ਹੁਣ ਲੋੜ ਨਹੀਂ ਰਹੀ, ਉਹ ਗੁਰੂ ਕੇ ਨਹੀਂ ਰਹੇ, ਉਹ ਸਾਡੇ ਵਾਲੇ ਨਹੀਂ ਰਹੇ, ਉਹ ਗੁਰੂ ਕੇ ਬੇਮੁਖ ਹੋ ਗਏ ਨੇ, ਗੁਰੂ ਕੇ ਨਿੰਦਕ ਹੋ ਗਏ ਨੇ, ਉਹ ਬੇਮੁਖ ਨੇ। ਅੱਜ ਤੋਂ ਬਾਅਦ ਉਹਨਾਂ ਨੂੰ ਕੋਈ ਮੂੰਹ ਨਾ ਲਾਏ, ਉਹਨਾਂ ਨੂੰ ਕੋਈ ਘਰ ਨਾ ਵਾੜੇ, ਕੋਈ ਜਲ ਪਾਣੀ ਨਾ ਛਕਾਏ, ਕੋਈ ਸਤਿਕਾਰ ਨਾ ਕਰੇ, ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਮਾੜਾ ਆਖਿਆ ਹੈ। ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕੀਤੀ ਹੈ ਉਹਨਾਂ ਨੇ। ਜਿਹੜਾ ਉਹਨਾਂ ਦਾ ਸਤਿਕਾਰ ਕਰੇਗਾ, ਉਹਨਾਂ ਨੂੰ ਜਲ ਪਾਣੀ ਛਕਾਏਗਾ, ਆਪਣੇ ਘਰ ਵਾੜੇਗਾ, ਉਹ ਵੀ ਓਨਾ ਹੀ ਦੋਸ਼ੀ ਹੋਏਗਾ ਜਿੰਨਾ ਕਿ ਸੱਤਾ ਬਲਵੰਡਾ ਹੋਣਗੇ। ਸੰਗਤ ਵਿੱਚੋਂ ਆਵਾਜ਼ ਆਈ, ਸਤਿਗੁਰ ਜੀ ਕੀਰਤਨ ਕਿਵੇਂ ਹੋਏਗਾ, ਕੀਰਤਨ ਕਿਵੇਂ ਹੋਏਗਾ। ਜਿਹੜੇ ਕੀਰਤਨ ਦੇ ਰਸੀਏ ਹੁੰਦੇ ਨੇ ਨਾ, ਕੀਰਤਨ ਦੇ ਰਸੀਏ, ਉਹ ਕੀਰਤਨ ਤੋਂ ਬਿਨਾਂ ਨਹੀਂ ਬਚਦੇ। ਜਿੰਨਾ ਚਿਰ ਉਹਨਾਂ ਦੀਆਂ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਨਾ ਪਏ, ਉਹਨਾਂ ਚਿਰ ਉਹਨਾਂ ਨੂੰ ਸੁੱਖ ਨਹੀਂ ਮਿਲਦਾ, ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ। ਜਿਹੜੇ ਸੱਚੀ ਮੁੱਚੀ ਹਿਰਦਿਓਂ ਜੁੜੇ ਹੋਏ ਨੇ ਕੀਰਤਨ ਦੇ ਨਾਲ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੰਗਤ ਨੇ ਆਖਿਆ, ਮਹਾਰਾਜ ਫਿਰ ਕੀਰਤਨ ਕਿਵੇਂ ਹੋਏਗਾ। ਸਾਹਿਬ ਕਹਿੰਦੇ ਨੇ, ਕੀਰਤਨ ਕਿਸੇ ਦੀ ਵਿਰਾਸਤ ਥੋੜਾ ਹੈ, ਕਿਸੇ ਦੀ ਜਾਇਦਾਦ ਥੋੜਾ ਹੈ, ਇਹ ਤੇ ਪਰਮੇਸ਼ਰ ਦੀ ਸਿਫਤ ਸਲਾਹ ਹੈ। ਅਕਾਲ ਪੁਰਖ ਦਾ ਕੀਰਤਨ ਹੈ, ਜਿਹਦੇ ਤੇ ਸਤਿਗੁਰੂ ਪਰਮੇਸ਼ਰ ਪਰਮਾਤਮਾ ਜੀ ਦੇ ਸਿਰ ਤੇ ਹੱਥ ਰੱਖੇਗਾ, ਉਹ ਕੀਰਤਨ ਕਰਨ ਆਪੇ ਹੀ ਲੱਗ ਜਾਏਗਾ। ਜਿਹੜੇ ਸਧਾਰਨ ਸਿੱਖ ਸਨ, ਸਧਾਰਨ ਸਿੱਖ, ਉਹਨਾਂ ਨੇ ਕੀਰਤਨ ਆਰੰਭ ਕਰ ਦਿੱਤਾ ਤੇ ਕਿਸੇ ਸਿੱਖ ਨੇ ਆਖਿਆ, ਮਹਾਰਾਜ ਆਪ ਜੀ ਇੰਨੇ ਨਾਰਾਜ਼ ਹੋ ਗਏ ਹੋ, ਉਹਨਾਂ ਨੂੰ ਬਖਸ਼ੋਗੇ ਨਾ ਭਲਾ। ਜੇ ਉਹ ਬਖਸ਼ਬੰਦੀ ਕਰਵਾਉਣ ਆ ਜਾਣ ਤੇ ਫੇਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਉਹਨਾਂ ਦਾ ਹਮੈਤੀ ਬਣ ਕੇ ਆਏਗਾ ਨਾ, ਸੱਤੇ ਤੇ ਬਲਵੰਡੇ ਨੂੰ ਮੁਆਫ ਕਰ ਦਿਓ, ਇਹਨਾਂ ਨੂੰ ਬਖਸ਼ ਦਿਓ। ਉਹਨੂੰ ਸਜ਼ਾ ਪਤਾ ਕੀ ਹੋਏਗੀ, ਉਹ ਖੋਤੇ ਤੇ ਚੜ ਕੇ ਆਵੇ, ਇਹਨਾਂ ਦਾ ਸਿਫਾਰਿਸ਼ੀ, ਮੂੰਹ ਕਾਲਾ ਕਰਕੇ, ਗਲ ਛਿੱਤਰਾਂ ਦਾ ਹਾਰ ਪਾ ਕੇ, ਢੋਲ ਵਜਵਾ ਕੇ ਤੇ ਖੋਤੇ ਤੇ ਚੜ ਕੇ ਆਏ, ਫੇਰ ਬਖਸ਼ ਵੀ ਲਾਂਗੇ। ਸੁਣੀਏ ਬੜੇ ਪਿਆਰ ਦੇ ਨਾਲ। ਵਾਪਸ ਆ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤ ਨੂੰ ਕੀ ਕਹਿ ਰਹੇ ਸਨ, ਇਉਂ ਬੇਨਤੀ ਕੀਤੀ ਜਾ ਰਹੀ। ਵਾਪਸ ਆ ਗੁਰ ਸਿੱਖਾਂ ਨੂੰ ਕਹਿਣ, ਸਤਿਗੁਰ ਤੁਸੀਂ ਆਪ ਦੀਵਾਨ ਸਜਾਓ ਭਾਈ, ਤੁਸੀਂ ਆਪ ਦੀਵਾਨ ਸਜਾਓ ਭਾਈ। ਗੁਰੂ ਬਲ ਬਖਸ਼ੇ ਪੜੋ ਗੁਰਬਾਣੀ, ਨਾਲ ਸਾਜ ਰਸੀਲੇ ਵਜਾਓ ਭਾਈ, ਨਾਲ ਸਾਜ ਰਸੀਲੇ ਵਜਾਓ ਭਾਈ। ਉਹ ਫਿੱਟ ਗਏ ਮਰਾਸੀਓ ਡੂਮ ਪਾਪੀਓ, ਉਹਨੇ ਡੂਮ ਪਾਪੀ ਕਹਿੰਦੇ ਫਿੱਟ ਗਏ ਮਰਾਸੀਓ ਡੂਮ ਪਾਪੀ। ਕੋਈ ਉਹਨਾਂ ਨੂੰ ਮੂੰਹ ਨਾ ਲਾਓ ਭਾਈ, ਕੋਈ ਉਹਨਾਂ ਨੂੰ ਮੂੰਹ ਨਾ ਲਾਓ ਭਾਈ। ਨਿੰਦਕ ਗੁਰੂ ਤਾਰੋ ਹੀ ਬੇਮੁਖ ਹੋਵੇ, ਕੋਈ ਮੰਗਿਆ ਖੈਰ ਨਾ ਪਾਓ ਭਾਈ, ਕੋਈ ਮੰਗਿਆ ਖੈਰ ਨਾ ਪਾਓ ਭਾਈ। ਜੇ ਕੋਈ ਚਾਵੇ ਬਖਸ਼ਾਵਣਾ ਨਿੰਦਕਾਂ ਨੂੰ, ਕਹਿੰਦੇ ਜੇ ਕੋਈ ਚਾਵੇ ਬਖਸ਼ਾਵਣਾ ਨਿੰਦਕਾਂ ਨੂੰ, ਹੁਲੀਆ ਆਪਣਾ ਆਪ ਬਦਲਾਏ ਪਹਿਲਾਂ, ਹੁਲੀਆ ਆਪਣਾ ਆਪ ਬਦਲਾਏ ਪਹਿਲਾਂ। ਉਹ ਚੜੇ ਗਧੇ ਉੱਤੇ ਕਰੇ ਮੂੰਹ ਕਾਲਾ, ਫਿਰਦਾ ਗਲੀ ਬਾਜ਼ਾਰ ਵਿੱਚ ਆਏ ਪਹਿਲਾਂ, ਫਿਰਦਾ ਗਲੀ ਬਾਜ਼ਾਰ ਵਿੱਚ ਆਵੇ ਪਹਿਲਾਂ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਹੁਕਮ ਸਾਰੀ ਸੰਗਤ ਨੇ ਸਰਵਣ ਕਰ ਲਿਆ। ਹੁਣ ਸੱਤਾ ਤੇ ਬਲਵੰਡਾ ਬਾਜ਼ਾਰ ਵਿੱਚ ਜਦੋਂ ਨਿਕਲਦੇ ਨੇ ਅੰਮ੍ਰਿਤਸਰ ਸ਼ਹਿਰ ਵਿੱਚ, ਜੇ ਕੋਈ ਅੱਗੋਂ ਸਾਧ ਸੰਗਤ ਮਿਲਦੀ ਹੈ, ਸੰਗਤ ਵੇਖ ਲੈਂਦੀ ਹੈ ਵੀ ਗੁਰੂ ਕੇ ਨਿੰਦਕ ਆ ਰਹੇ ਨੇ, ਸੱਤਾ ਬਲਵੰਡਾ ਆ ਰਹੇ ਨੇ, ਸੰਗਤ ਕਿਨਾਰਾ ਕਰ ਜਾਂਦੀ।
ਕਿਸੇ ਹੋਰ ਗਲੀ ਮੋੜ ਮੁੜ ਜਾਂਦੀ ਹੈ। ਸੱਤਾ ਬਲਵੰਡਾ ਉਹ ਹੀ ਨੇ, ਧਿਆਨ ਦੇਣਾ ਗੁਰਮੁਖੋ ਜਰਾ, ਸੱਤਾ ਬਲਵੰਡਾ ਉਹ ਹੀ ਨੇ ਜਿਨ੍ਹਾਂ ਦਾ ਕੱਲ ਸਤਿਕਾਰ ਹੁੰਦਾ ਸੀ, ਪਰ ਅੱਜ ਸਤਿਕਾਰ ਕਿਉਂ ਹਟ ਗਿਆ? ਸੰਗਤ ਕਿਉਂ ਮੂੰਹ ਮੋੜਨ ਲੱਗੀ? ਕਿਉਂਕਿ ਸਤਿਗੁਰੂ ਦੇ ਨਾਲੋਂ ਟੁੱਟ ਗਏ ਨੇ। ਸਤਿਗੁਰੂ ਦੇ ਨਾਲ ਸਿੱਖ ਕਿੰਨਾ ਵੀ ਕਰਮਕਾਂਡੀ ਹੋਵੇ, ਕਿੰਨਾ ਵੀ ਪਾਠ ਪੂਜਾ ਕਰਦਾ ਹੋਵੇ, ਉਹ ਟੁੱਟ ਜਾਏ ਆਪਣੇ ਗੁਰੂ ਦੇ ਚਰਨਾਂ ਨਾਲੋਂ, ਸਤਿਗੁਰੂ ਦੇ ਚਰਨਾਂ ਨਾਲੋਂ, ਤੇ ਭੋਰਾ ਵੀ ਵੈਲਿਊ ਨਹੀਂ ਰਹਿ ਜਾਂਦੀ, ਭੋਰਾ ਵੀ ਵੈਲਿਊ ਨਹੀਂ ਰਹਿ। ਸੱਤਾ ਬਲਵੰਡਾ ਉਹ ਹੀ ਨੇ ਜਿਹੜੀਆਂ ਗਲੀਆਂ ਥਾਣੀ ਲੰਘ ਜਾਂਦੇ ਸਨ, ਲੋਕ ਉਹਨਾਂ ਦੇ ਚਰਨਾਂ ਦੀ, ਪੈਰਾਂ ਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾਉਂਦੇ ਸਨ ਵੀ ਸਤਿਗੁਰੂ ਅਰਜਨ ਦੇਵ ਜੀ ਦੇ ਹਜ਼ੂਰੀਏ ਰਾਗੀ ਨੇ, ਇੰਨਾ ਸਤਿਕਾਰ ਦਿੰਦੇ ਸਨ। ਹੁਣ ਜਦੋਂ ਵੇਖ ਲੈਂਦੇ ਨੇ ਵੀ ਸਤਿਗੁਰਾਂ ਦਾ ਹੁਕਮ ਹੈ, ਇਹਨਾਂ ਨਾਲ ਜ਼ੁਬਾਨ ਸਾਂਝੀ ਨਹੀਂ ਕਰਨੀ, ਤੇ ਕਿਨਾਰਾ ਕਰ ਜਾਂਦੇ ਨੇ। ਸੱਤਾ ਬਲਵੰਡਾ ਕਿਸੇ ਦੇ ਘਰ ਜਾਣ ਦਾ ਯਤਨ ਕਰਦੇ ਨੇ ਤੇ ਉਹ ਭੱਜ ਕੇ ਅੱਗੋਂ ਦਰਵਾਜ਼ਾ ਬੰਦ ਕਰ ਲੈਂਦਾ ਵੀ ਸਾਡੇ ਘਰ ਸੱਤਾ ਬਲਵੰਡਾ ਨਾ ਕਿਤੇ ਵੜ ਜਾਏ। ਇਸ ਦੇ ਦੌਰਾਨ ਜਿੰਨੀ ਵੀ ਸੋਢੀਆਂ ਦੀ ਅੰਸ਼ ਬੰਸ਼ ਸੀ, ਸਤਿਗੁਰਾਂ ਦੇ ਜਿਹੜੇ ਖਿਲਾਫ ਚੱਲਦੇ ਸਨ, ਉਸ ਵਕਤ ਸੱਚਾ ਸੱਕਾ ਭਰਾ ਹੀ ਜਿਹੜਾ ਸੀ ਉਹ ਈਰਖਾ ਕਰਦੇ ਸਨ ਬਾਬਾ ਪ੍ਰਿਥਵੀ ਚੰਦ ਜੀ ਮਿਹਰਬਾਨ। ਉਸ ਵਕਤ ਫਿਰ ਸੱਤਾ ਤੇ ਬਲਵੰਡਾ ਉਹਨਾਂ ਦੇ ਕੋਲ ਗਏ, ਜਾ ਕੇ ਦੱਸਿਆ ਭਈ ਗੁਰੂ ਅਰਜਨ ਦੇਵ ਮਹਾਰਾਜ ਨੂੰ ਛੱਡ ਆਇਆ ਤੇ ਸਾਡੀ ਤਾਰ ਵਿੱਚ ਐਸੀ ਕਸ਼ਿਸ਼ ਹੈ, ਜਿਹੜੇ ਵੀ ਸੋਢੀ ਨਾਲ ਸਾਜ਼ ਖੋਲ ਕੇ ਬਾਂਗੇ ਉਹਨਾਂ ਨੂੰ ਸਤਿਗੁਰੂ ਨਾਨਕ ਦੀ ਗੱਦੀ ਦਾ ਮਾਲਕ ਜਿਹੜਾ ਉਹ ਸਾਬਤ ਕਰ ਦਿਆਂਗੇ। ਭਾਵੇਂ ਉਹ ਸਤਿਗੁਰਾਂ ਨਾਲ ਈਰਖਾ ਕਰਦੇ ਸਨ, ਪਰ ਇਹ ਸੱਤਾ ਬਲਵੰਡਾ ਟੁੱਟੇ ਸਨ ਪੂਰੇ ਸਤਿਗੁਰੂ ਨਾਲੋਂ, ਤੇ ਝੱਲਿਆ ਉਹਨਾਂ ਲੋਕਾਂ ਨੇ ਵੀ ਨਹੀਂ ਜਿਹੜੇ ਸਤਿਗੁਰਾਂ ਨਾਲ ਈਰਖਾ ਕਰਦੇ ਸਨ, ਉਹਨਾਂ ਨੇ ਵੀ ਨਹੀਂ ਝੱਲਿਆ। ਸੱਤਾ ਤੇ ਬਲਵੰਡਾ ਘਰ ਬਹਿ ਗਏ। ਹੁਣ ਜਿੰਨੇ ਕੁ ਪੈਸੇ ਇਹਨਾਂ ਨੇ ਕਮਾਏ ਸਨ, ਉਹ ਪੈਸੇ ਥੋੜਿਆਂ ਦਿਨਾਂ ਵਿੱਚ ਹੀ ਛਕਾ ਗਏ। ਤੇ ਗੁਰਮੁਖੋ ਭਾਵੇਂ ਘਰ ਕਿੰਨਾ ਵੀ ਪੈਸਾ ਹੋਵੇ, ਜਦੋਂ ਬਾਹਰੋਂ ਖੱਟੀ ਆਉਣੀ, ਮਾਇਆ ਆਉਣੀ, ਰੁਜ਼ਗਾਰ ਬੰਦ ਹੋ ਜਾਏ ਤੇ ਜਿਹੜੇ ਘਰ ਵਿੱਚ ਪੈਸੇ ਨੇ ਉਹ ਇੱਕ ਦਿਨ ਤੇ ਮੁੱਕਣ ਗਈ। ਹੌਲੀ ਹੌਲੀ ਉਹ ਸਾਰੇ ਛਕਾ ਗਏ। ਹੁਣ ਬੱਚੇ ਤੰਗ ਕਰਦੇ ਨੇ ਵੀ ਘਰ ਖਾਣ ਨੂੰ ਕੁਝ ਨਹੀਂ, ਤੇ ਉਧਰੋਂ ਜਿਹੜਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਸੀ ਨਾ, ਉਹ ਮਰਾਸੀਓ ਫਿੱਟ ਗਏ ਹੋ, ਸਾਡੇ ਸਾਹਮਣੇ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕਰਦੇ ਹੋ, ਦਰ ਦਰ ਖੁਆਰ ਹੋਵੋਗੇ। ਗੁਰਮੁਖੋ ਬਚਨ ਬਿਰਥਾ ਥੋੜਾ ਜਾਣਾ ਸੀ। ਇਹਨਾਂ ਨੂੰ ਫਟੇਵਾ ਹੋ ਗਿਆ, ਦੋਵਾਂ ਭਰਾਵਾਂ ਦੇ ਸਰੀਰ ਫਿੱਟ ਗਏ। ਕੱਲੇ ਸਰੀਰ ਫਿੱਟੇ ਹੀ ਨਹੀਂ, ਸਰੀਰ ਚੋਂ ਪਾਕ ਵਗਦੀ ਹੈ, ਮੱਖੀਆਂ ਭਿਣਕਦੀਆਂ ਨੇ, ਸਰੀਰ ਤਰੇੜਾਂ ਛੱਡ ਗਿਆ। ਉਹਨਾਂ ਤਰੇੜਾਂ ਵਿੱਚ ਪਾਕ ਹੈ, ਲਹੂ ਹੈ, ਮੱਖੀਆਂ ਭਿਣਕਦੀਆਂ ਨੇ, ਬਦਬੂ ਆਉਂਦੀ ਹੈ। ਬੱਚੇ ਤੰਗ ਕਰਦੇ ਨੇ, ਘਰ ਖਾਣ ਨੂੰ ਕੁਝ ਨਹੀਂ, ਤੇ ਗਵਾਂਢੀ ਲੜਦੇ ਨੇ, ਜਿਹੜੀ ਹਵਾ ਸੱਤੇ ਬਲਵੰਡੇ ਦੇ ਘਰੋਂ ਆਉਂਦੀ ਉਹ ਉਧਰੋਂ ਮੁਸ਼ਕ ਆਉਂਦੀ ਹੈ। ਬੜਾ ਇਲਾਜ ਕਰਾਇਆ, ਵੈਦਾਂ ਹਕੀਮਾਂ ਡਾਕਟਰਾਂ ਕੋਲ ਗਏ ਇਲਾਜ ਕਰਾਉਣ ਵਾਸਤੇ, ਪਰ ਜਿਹੜੀ ਬਿਮਾਰੀ ਸੀ ਉਹ ਵੈਦਾਂ ਹਕੀਮਾਂ ਵਾਲੀ ਨਹੀਂ ਸੀ। ਪੈਰੋਂ ਪੈਰ ਰੋਗ ਵੱਧਦਾ ਹੈ, ਸਰੀਰ ਫਿੱਟ ਗਏ, ਪੀੜਾਂ ਸ਼ੁਰੂ ਹੋ ਗਈਆਂ, ਤੁਰਨੋਂ ਵੀ ਤੰਗ ਹੋ ਗਏ। ਤੇ ਦੋਵੇਂ ਭਰਾ ਘਰ ਵਿੱਚ ਬਹਿ ਕੇ ਸੋਚਦੇ ਨੇ। ਅਕਸਰ ਵਿਦਵਾਨ ਸਨ, ਸਿਆਣੇ ਸਨ, ਸਤਿਗੁਰਾਂ ਦੇ ਚਰਨਾਂ ਵਿੱਚ ਰਹੇ ਸਨ, ਪਤਾ ਸੀ ਗੁਰੂ ਕੀ ਹੈ। ਜਦੋਂ ਹੰਕਾਰ ਥੋੜਾ ਜਿਹਾ ਠੰਡਾ ਹੋਇਆ ਤੇ ਬਿਮਾਰੀ ਨੇ ਬਹੁਤਾ ਜ਼ੋਰ ਪਾਇਆ, ਫਿਰ ਮੱਤ ਟਿਕਾਣੇ ਆਈ ਤੇ ਸੋਚਦੇ ਨੇ ਐਵੇਂ ਸਤਿਗੁਰਾਂ ਨਾਲ ਵਿਗਾੜ ਪਾ ਲਿਆ। ਵਿਗਾੜ ਵੀ ਉਸ ਗੁਰੂ ਨਾਲ ਪਾ ਲਿਆ ਜਿਹਦੀ ਮੁੱਠੀ ਵਿੱਚ ਤਰਲੋਕੀ ਹੈ, ਜਿਹੜਾ ਤਰਲੋਕੀ ਨਾਥ ਹੈ, ਉਸ ਸਤਿਗੁਰੂ ਦੇ ਨਾਲ ਵਿਗਾੜ ਪਾ ਲਿਆ। ਗਲਤੀ ਸਾਡੇ ਕੋਲੋਂ ਹੋ ਗਈ ਹੈ, ਪਰ ਹੁਣ ਕਿਹਨੂੰ ਆਖੀਏ ਜਿਹੜਾ ਸਤਿਗੁਰਾਂ ਦੇ ਚਰਨਾਂ ਵਿੱਚ ਲੈ ਜਾਏ। ਜੇ ਕਿਸੇ ਦੇ ਘਰ ਜਾਣ ਦਾ ਯਤਨ ਕਰਦੇ ਆ, ਉਹ ਭੱਜ ਕੇ ਪਹਿਲਾਂ ਬੂਹਾ ਬੰਦ ਕਰ ਲੈਂਦਾ ਹੈ। ਕਿਹਨੂੰ ਆਖੀਏ ਸਾਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਜਾ, ਸਾਨੂੰ ਬਖਸ਼ਾ ਦੇ। ਸੋਚਦਿਆਂ ਮਨ ਵਿੱਚ ਵਿਚਾਰ ਆਈ ਕਿ ਭਾਈ ਲੱਧਾ ਲਾਹੌਰ ਦੇ ਰਹਿਣ ਵਾਲਾ ਇਹ ਪਰਉਪਕਾਰੀ ਸਿੱਖ ਹੈ, ਪਰਉਪਕਾਰੀ। ਗੁਰਮੁਖੋ ਉਪਕਾਰ ਵਿੱਚ ਤੇ ਪਰਉਪਕਾਰ ਵਿੱਚ ਅੰਤਰ ਹੈ। ਉਪਕਾਰ ਵਿੱਚ ਤੇ ਪਰਉਪਕਾਰ ਵਿੱਚ ਅੰਤਰ ਹੈ। ਉਪਕਾਰ ਸਾਰੀ ਦੁਨੀਆ ਹੀ ਕਰਦੀ ਹੈ,
ਭਰਾ ਨੇ ਭਰਾ ਤੇ ਕਰਤਾ, ਚਾਚੇ ਨੇ ਭਤੀਏ ਤੇ ਕਰਤਾ, ਮਾਮੇ ਨੇ ਭਣੇਵੇਂ ਤੇ ਕਰਤਾ। ਸਾਰੀ ਦੁਨੀਆ ਹੀ ਉਪਕਾਰ ਕਰਦੀ ਹੈ, ਪਰ ਪਰਉਪਕਾਰ ਉਸ ਦਾ ਨਾਮ ਹੈ ਪਰਾਏ ਲਈ ਕੁਝ ਕਰਨਾ, ਜਿਹਦੇ ਨਾਲ ਕੋਈ ਸਾਂਝ ਨਹੀਂ, ਕੋਈ ਰਿਸ਼ਤਾ ਨਹੀਂ। ਉਹਦੇ ਤੇ ਦਇਆ ਆ ਜਾਣੀ, ਉਹਦੇ ਤੇ ਤਰਸ ਆ ਜਾਣਾ ਕਿ ਇਹ ਲੋੜਵੰਦ ਹੈ, ਮੈਂ ਇਹਦੇ ਤੇ ਪਰਉਪਕਾਰ ਕਰਾਂ। ਉਹ ਸਾਧੂ ਜਨ ਕਰਦੇ ਨੇ। ਤਾਂ ਹੀ ਮਹਾਰਾਜ ਕਹਿੰਦੇ ਨੇ ਨਾ, ਬ੍ਰਹਮ ਗਿਆਨੀ ਪਰਉਪਕਾਰ ਉਹ ਮਾਹ। ਜਿਹੜੇ ਸਾਧੂ ਹੁੰਦੇ ਨੇ, ਬ੍ਰਹਮ ਗਿਆਨੀ ਹੁੰਦੇ ਨੇ, ਉਹ ਲੋਕ ਭਲਾਈ ਦੇ ਕਾਰਜ ਕਰਦੇ ਹੀ ਰਹਿੰਦੇ ਨੇ, ਪਰਉਪਕਾਰ ਕਮਾਉਂਦੇ ਹੀ ਰਹਿੰਦੇ ਨੇ। ਬਾਬਾ ਲੱਧਾ, ਭਾਈ ਲੱਧਾ ਜਿਹੜਾ ਪਰਉਪਕਾਰੀ ਸਿੱਖ ਹੈ, ਇਹ ਸੋਚਦੇ ਨੇ ਹੁਣ ਭਾਈ ਲੱਧੇ ਕੋਲ ਚੱਲੀਏ। ਅੰਮ੍ਰਿਤਸਰ ਸਾਹਿਬ ਤੋਂ ਤੁਰੇ ਤੇ ਲਾਹੌਰ ਆ ਗਏ। ਬੜੀ ਮੁਸ਼ਕਲ ਦੇ ਨਾਲ ਲਾਹੌਰ ਆਏ, ਕਿਉਂਕਿ ਸਰੀਰ ਦੋਵਾਂ ਦੇ ਫਿੱਟੇ ਹੋਏ ਸਨ, ਪਿੰਨੀਆਂ ਬੜੀਆਂ ਮੋਟੀਆਂ, ਪੈਰ ਸੁੱਜ ਗਏ, ਬੁਰੇ ਹਾਲੀ। ਜਦੋਂ ਲਾਹੌਰ ਆਏ ਤੇ ਭਾਈ ਲੱਧੇ ਦੇ ਘਰ ਨੂੰ ਜਾ ਰਹੇ ਸਨ। ਭਾਈ ਲੱਧੇ ਨੇ ਵੇਖਿਆ ਕਿ ਗੁਰੂ ਕੇ ਨਿੰਦਕ ਕਰ ਰਹੇ ਨੇ, ਸੱਤਾ ਬਲਵੰਡਾ ਆ ਰਹੇ ਨੇ। ਮੇਰੇ ਗੁਰੂ ਦਾ ਹੁਕਮ ਹੈ ਵੀ ਇਹਨਾਂ ਨੂੰ ਘਰ ਨਹੀਂ ਵਾੜਨਾ, ਇਹਨਾਂ ਨੂੰ ਜਲ ਪਾਣੀ ਨਹੀਂ ਛਕਾਉਣਾ। ਭਾਈ ਲੱਧੇ ਨੇ ਫਟਾਫਟ ਦਰਵਾਜ਼ਾ ਬੰਦ ਕਰ ਲਿਆ। ਜਦੋਂ ਬੂਹਾ ਬੰਦ ਕਰ ਲਿਆ ਨਾ, ਤੇ ਉਹਦੇ ਦਰਵਾਜ਼ੇ ਅੱਗੇ ਖਲੋ ਕੇ ਉੱਚੀ ਰੋਏ, ਹੱਥਾਂ ਨਾਲ ਤਖਤੇ ਕੁੱਟ ਕੇ ਹੱਥਾਂ ਚੋਂ ਖੂਨ ਕੱਢ ਲਿਆ। ਆਖਿਆ ਭਾਈ ਲੱਧਾ, ਬੜੀ ਸਦਰ ਲੈ ਕੇ, ਬੜੀ ਉਮੀਦ ਦੇ ਨਾਲ ਤੇਰੇ ਕੋਲ ਆਏ ਸਾਂ ਵੀ ਸਾਡੇ ਤੋਂ ਗਲਤੀ ਤੇ ਹੋ ਗਈ ਹੈ, ਤੇ ਭਾਈ ਲੱਧਾ ਸਾਨੂੰ ਸਤਿਗੁਰਾਂ ਤੋਂ ਬਖਸ਼ਾ ਦੇ। ਭਾਈ ਲੱਧਾ, ਤੁਸੀਂ ਵੀ ਦਰਵਾਜ਼ਾ ਬੰਦ ਕਰ ਲਿਆ? ਉਹਨੇ ਆਖਿਆ, ਮੇਰੀ ਤੁਹਾਡੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ, ਮੇਰੇ ਸਤਿਗੁਰੂ ਦਾ ਹੁਕਮ ਹੈ, ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ, ਵੀ ਇਹਨਾਂ ਨੂੰ ਘਰ ਨਹੀਂ ਵਾੜਨਾ। ਮੈਂ ਆਪਣੇ ਗੁਰੂ ਦਾ ਹੁਕਮ ਮੰਨਿਆ। ਉਹਨਾਂ ਨੇ ਤਰਲਾ ਲਿਆ, ਉਹ ਭਾਈ ਲੱਧਾ, ਜੇ ਹੁਣ ਸਾਨੂੰ ਬਖਸ਼ਾਇਆ ਨਾ, ਤੇਰੇ ਬੂਹੇ ਅੱਗੇ ਅਸੀਂ ਸਵਾਸ ਦੇ ਦਿਆਂਗੇ, ਅਸੀਂ ਹੁਣ ਵਾਪਸ ਨਹੀਂ ਜਾਣਾ। ਸਾਡੀ ਬੜੀ ਨਿਰਾਦਰੀ ਹੋ ਰਹੀ ਹੈ ਤੇ ਬਿਮਾਰੀ ਸਰੀਰ ਨੂੰ ਜਿੱਤ ਗਈ ਹੈ, ਸਰੀਰਾਂ ਨੂੰ। ਹੁਣ ਜੀ ਕੀ ਅਸੀਂ ਲੈਣਾ ਵੀ ਕੀ ਹੈ? ਤੇ ਗੁਰਮੁਖੋ ਫਿਰ ਭਾਈ ਲੱਧੇ ਦੇ ਮਨ ਵਿੱਚ ਰਹਿਮ ਆਇਆ, ਤਰਸ ਆਇਆ। ਤੇ ਤਰਸ ਤੋਂ ਬਿਨਾ, ਰਹਿਮ ਤੋਂ ਬਿਨਾ ਜਿਹੜਾ ਸਿੱਖ ਹੈ ਉਹ ਅਧੂਰਾ ਹੈ। ਜੇ ਹਿਰਦੇ ਵਿੱਚ ਦਇਆ ਨਹੀਂ, ਪਿਆਰ ਨਹੀਂ, ਭਾਵੇਂ ਕਿੰਨਾ ਵੀ ਰੱਬ ਦਾ ਨਾਮ ਲੈਂਦਾ ਹੋਵੇ, ਜੇ ਮਨ ਵਿੱਚ ਅਜੇ ਦਇਆ ਹੀ ਨਹੀਂ ਪ੍ਰਵੇਸ਼ ਕੀਤਾ ਤੇ ਉਹ ਕੁਝ ਵੀ ਨਹੀਂ। ਸ਼ਸਤਰ ਬਿਨਾ ਸਿਪਾਹੀ ਕਾਦਾ, ਬੈਠਣ ਬਿਨਾ ਦੁਕਾਨ ਹੀ ਨਹੀਂ। ਅੰਮ੍ਰਿਤ ਮਹਿਕ ਬਾਜੋ ਫੁੱਲ ਕਾਦਾ, ਉਹ ਤਰਸ ਬਿਨਾ ਇਨਸਾਨ ਹੀ ਨਹੀਂ। ਭਾਈ ਲੱਧਾ ਪਰਉਪਕਾਰੀ ਸਿੱਖ ਹੈ। ਮਨ ਵਿੱਚ ਸ਼ਬਦ ਵਸਿਆ ਹੈ, ਜਿਹਦੇ ਹਿਰਦੇ ਵਿੱਚ ਸ਼ਬਦ ਵਸ ਜਾਏ ਤੇ ਸਭ ਤੋਂ ਪਹਿਲਾਂ ਉਹਨੂੰ ਦਇਆ ਹੀ ਆਉਂਦੀ ਹੈ, ਉਹਨੂੰ ਤਰਸ ਆਉਂਦਾ ਹੈ, ਉਹਦੇ ਮਨ ਵਿੱਚ ਰਹਿਮ ਆਉਂਦਾ ਹੈ, ਉਹਦੇ ਹਿਰਦੇ ਵਿੱਚ ਨਿਮਰਤਾ ਆਉਂਦੀ ਹੈ, ਉਦਾਰਤਾ ਆਉਂਦੀ ਹੈ, ਸਹਿਜਤਾ ਆਉਂਦੀ ਹੈ। ਭਾਈ ਲੱਧਾ ਜਿਹੜਾ ਭਰਪੂਰ ਸੀ, ਭਰਿਆ ਹੋਇਆ ਭਾਂਡਾ ਸੀ, ਉਹਦੇ ਮਨ ਵਿੱਚ ਦਇਆ ਸੋਚਦਾ ਹੈ ਵੀ ਇਸ ਤੋਂ ਵੱਡਾ ਕੋਈ ਪਰਉਪਕਾਰ ਨਹੀਂ। ਵਿਛੜੇ ਹੋਏ ਸਿੱਖਾਂ ਨੂੰ ਸਤਿਗੁਰ ਦੇ ਨਾਲ ਮਿਲਾ ਦੇਣਾ। ਦਰਵਾਜ਼ਾ ਬੰਦ ਹੈ, ਬਾਹਰ ਸੱਤਾ ਤੇ ਬਲਵੰਡਾ, ਅੰਦਰ ਭਾਈ ਲੱਧਾ। ਜਿਹੜੇ ਜਵਾਬ ਸਵਾਲ ਹੋਏ ਸੁਣੀਏ ਬੜੇ ਪਿਆਰ ਨਾਲ, ਇਉਂ ਬੇਨਤੀ ਕੀਤੀ। ਏ ਜੀ ਕਸ਼ਟ ਮਢਾਏ, ਏ ਜੀ ਕਸ਼ਟ ਉਠਾਏ, ਦੁੱਖਾਂ ਮਾਰੇ ਵਿੱਚ ਲਾਹੌਰ ਦੇ ਆਏ। ਭਾਈ ਲੱਧੇ ਦੇ ਦਰ ਆ ਕੇ ਹੁਣ ਦੁਆ ਨੇ ਸੀਸ ਝੁਕਾਏ। ਵੇਖ ਤੁਹਾਨੂੰ ਭਾਈ ਲੱਧੇ ਨੇ ਬੰਦ ਕੀਆ ਦਰਵਾਜ਼ਾ, ਤੁਰ ਜਾ ਨਿੰਦਕ ਗੁਰੂ ਤਰੋਈ, ਅੰਦਰੋਂ ਕਰੇ ਆਵਾਜ਼ਾ। ਉਹ ਤਜ ਕੇ ਹੋਮੇ ਹੋਏ ਨਮਾਣੇ, ਕਰਨ ਲੱਗੇ ਅਰਜ਼ੋਈ, ਕਹਿੰਦੇ ਸਾਨੂੰ ਦੁਨੀਆ ਅੰਦਰ ਕਿਤੇ ਨਹੀਂ ਮਿਲਦੀ ਢੋਈ। ਕੀਤੀ ਨਿੰਦਾ ਸਤਿਗੁਰ ਦੀ ਤੁਸਾਂ, ਕੀਤਾ ਕੰਮ ਨਕਾਰਾ, ਗੁਰੂ ਅਰਜਨ ਦਾ ਹੁਕਮ ਤੁਸਾਂ ਨੂੰ ਦੇਵੇ ਕੌਣ ਸਹਾਰਾ। ਉਹ ਹੋਈ ਵਗਿਆ ਅਸਾਂ ਤੋਂ ਭਾਰੀ, ਉਹ ਫਲ ਕਰਮਾਂ ਦਾ ਪਾਇਆ ਓਏ। ਕਹਿੰਦੇ ਹੋਈ ਵਗਿਆ ਅਸਾਂ ਤੋਂ ਭਾਰੀ, ਫਲ ਕਰਮਾਂ ਦਾ ਪਾਇਆ। ਪੂਰੇ ਗੁਰਾਂ ਦੀ ਸਾਰ ਨਹੀਂ ਜਾਣੀ, ਮਾਰ ਲਿਆ ਮੋਹ ਮਾਇਆ। ਪਰ ਕੀ ਹੁਣ ਮਨੋਰਥ ਲੈ ਕੇ ਆਏ ਪਾਸ ਹਮਾਰੇ, ਵਿਗੜੀ ਜਿਸ ਦੀ ਤੁਰਤ ਰਗਾਹ, ਉਸ ਦੀ ਕੌਣ ਸਵਾਰੇ। ਗੁਰ
ਭਗਤ ਛਡਾਵੇ, ਦੇਵੇ ਕੱਟ ਜੰਜੀਰਾਂ, ਰੇਖ ਸਮੇਖ ਮਾਰ ਦੇ ਸਾਧੂ, ਬਦਲ ਦੇਣ ਤਕਦੀਰਾਂ। ਸਾਡਾ ਹੁਕਮ ਗੁਰਾਂ ਦਾ ਕਰੜਾ, ਤੁਸਾਂ ਨੂੰ ਜੋ ਬਖਸ਼ਾਵੇ, ਚੜੇ ਗਧੇ ਤੇ ਮੂੰਹ ਕਰੇ ਕਾਲਾ, ਫਿਰ ਸਾਡੇ ਕੋਲ ਆਵੇ। ਓ ਤੁਸਾਂ ਦੇ ਬਾਜੋ ਕੰਮ ਸਾਡਾ, ਓਏ ਹੋਰ ਕਿਤੇ ਨਹੀਂ ਸਰਨਾ, ਇਹ ਪਰਪਕਾਰ ਦਾ ਕੰਮ ਅਖੇਰਾ, ਇਹ ਹੋਰ ਕਿਸੇ ਨਹੀਂ ਕਰਨਾ। ਭਾਈ ਲੱਦੇ ਨੇ ਸੋਚ ਵਿਚਾਰ ਕੇ ਦਿਲ ਵਿੱਚ ਲੇਖਾ ਲਾਇਆ, ਸਿੱਖ ਗੁਰੂ ਦਾ ਮੇਲ ਕਰਾਣਾ ਸੌਦਾ ਏ ਸਵਾਇਆ। ਓਏ ਰਵੈਤ ਹੈ ਦੁਨੀਆ ਦੀ ਜੋ ਆਪਣਾ ਰੂਪ ਵਟਾਉਂਦਾ, ਆਪਣੀ ਹਸਤੀ ਮੇੜ ਕੇ ਤੇ ਫਿਰ ਕੰਮ ਕਿਸੇ ਦੇ ਆਉਂਦਾ। ਬੀਜ ਕੰਬਾਂ ਦਾ ਮਿਲ ਕੇ ਮਿੱਟੀ, ਰੂਪ ਆਪਣਾ ਤਜਦਾ, ਕਈਆਂ ਕਸ਼ਟਾਂ ਦੇ ਵਿੱਚ ਪੈ ਕੇ ਜਗ ਦੇ ਪਰਦੇ ਕੱਜਦਾ। ਸੱਤੇ ਬਲਵੰਡੇ ਨੂੰ ਭਾਈ ਲੱਦੇ ਕਿਆ ਸੀ ਆਪ ਜ਼ਬਾਨੀ, ਓਏ ਘਰ ਬੈਠੋ ਜਾਂ ਤੁਸਾਂ ਦੀ ਖਾਤਰ ਹੁਣ ਦਿਆਂਗਾ ਮੈਂ ਕੁਰਬਾਨੀ। ਜੀਵਨ ਸਿੰਘਾ ਧੀਰਜ ਧਰ ਕੇ ਤੁਰਿਆ ਏ ਕਰ ਦੋਵੇਂ, ਸਤਿਗੁਰ ਅਰਜਨ ਦੇਵ ਕੀ ਆਜੋ ਕਰ ਲਗਾ ਸਖੀਓ ਵੇ, ਹੁਣ ਤੇ ਕਰ ਲਗਾ ਸਖੀਓ ਵੇ। ਮਨ ਵਿੱਚ ਦਇਆ ਆਈ, ਤਰਸ ਆਇਆ, ਆਂਦਾ ਜਾਓ ਤੁਸੀਂ ਘਰੇ ਚਲੇ ਜਾਓ, ਮੈਂ ਦਰਵਾਜ਼ਾ ਨਹੀਂ ਖੋਲਣਾ, ਤੁਹਾਡੇ ਮੱਥੇ ਨਹੀਂ ਲੱਗਣਾ। ਮੱਥੇ ਉਦੋਂ ਹੀ ਲੱਗਾਂਗਾ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਹਾਨੂੰ ਬਖਸ਼ ਦੇਣ। ਹੁਣ ਤੁਹਾਡੇ ਲਈ ਮੈਂ ਕੁਰਬਾਨੀ ਕਰਾਂਗਾ। ਹਰ ਮਨੁੱਖ ਦੇ ਦਿਮਾਗ ਵਿੱਚ ਦੋ ਸ਼ਕਤੀਆਂ ਕੰਮ ਕਰਦੀਆਂ ਨੇ, ਹਰ ਇੱਕ ਬੰਦੇ ਦੇ ਦਿਮਾਗ ਵਿੱਚ। ਉਹ ਕਿਹੜੀਆਂ ਨੇ? ਇੱਕ ਅਕਲ ਹੈ ਔਰ ਦੂਸਰੇ ਬੰਨੇ ਪ੍ਰੇਮ ਹੈ। ਅਕਲ ਤੇ ਪ੍ਰੇਮ ਦਾ ਆਪਸ ਵਿੱਚ ਝਗੜਾ ਹੈ, ਕਿਉਂਕਿ ਅਕਲ ਜੋ ਕਹਿੰਦੀ ਹੈ ਉਹ ਪ੍ਰੇਮ ਨਹੀਂ ਪ੍ਰਵਾਨ ਕਰਦਾ, ਜੋ ਪ੍ਰੇਮ ਕਹਿੰਦਾ ਹੈ ਉਹ ਅਕਲ ਪ੍ਰਵਾਨ ਨਹੀਂ ਕਰਦੀ। ਇਹਨਾਂ ਦਾ ਆਪਸ ਵਿੱਚ ਝਗੜਾ ਇੱਕ ਥਾਂ ਤੇ ਨਿਰਬਾਹ ਨਹੀਂ, ਟਿਕਾ ਨਹੀਂ। ਅਕਲ ਕੀ ਕਹਿੰਦੀ ਹੈ ਔਰ ਪ੍ਰੇਮ ਕੀ ਕਹਿੰਦਾ ਹੈ? ਕਵੀ ਲਿਖਦਾ ਹੈ, ਇਹ ਉੱਤਰ ਪ੍ਰਸ਼ਨ ਨੇ, ਅਕਲ ਕਹੇ ਤੂੰ ਦਾਨਾ ਹੋ, ਪ੍ਰੇਮ ਕਹੇ दीवाना हो। अकल कहे तू महल पुआ, प्रेम कहे अग बाल के ला। अकल कहे आ धियां पूत, अकल कहे तू पहन पुशाक, प्रेम कहे सिर डारो खाक। अकल कहे आ धियां पूत, प्रेम कहे सब कूड़ा ही सोत। कोई किसी का यार नहीं, ये सारे देने लेने दे संबंध। जे कोई सच्चा साथी है वह है सतगुरु। टहनी नाल तू खिड़ खिड़ हसे, ओ खुशबू भरिया फुल्ला। चुप करके जे दिन ना कटे, फिर समझी झखड़ झुला। लुट के हुस्न होणगे राही, सक्का कौन किसे दा। जालम दुनिया ने सह नहीं सकना, ये जोबन तेरा डुल्ला। कली उडीके सूरज नूं वा, आन किसे ने तोड़ लई। लुट लै मेरा जोबन अड़िया, वे मैं जिउंदी गलों मरोड़ लई। सूइयां नाल परोके धागे, मैं गल दे विच तसोड़ लई। खुशबू नूं लुटिया परे सुटिया, कीता कोई सत्कार नहीं। मतलब दी सब दुनिया लोको, इत्थे कोई किसे दा यार नहीं। जे सच्चा यार है, साथी है, सज्जन है, वो सतगुरु है। जेड़ा बाह फड़दा है वो छड्डदा नहीं, ਉਹਦੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਧਿਆਨ ਦੇਣਾ ਬੇਨਤੀ ਕਰ ਰਿਹਾ ਸਾਂ। ਇਹਦੇ ਮਨ ਵਿੱਚ ਪ੍ਰੇਮ ਨੇ ਉਛਾਲਾ ਮਾਰਿਆ, ਆਂਦਾ ਜਾਓ ਘਰੇ ਚਲੇ ਜਾਓ, ਮੈਂ ਵਾਅਦਾ ਕਰਦਾ ਮੈਂ ਬਖਸ਼ਾ ਦਿਆਂਗਾ। ਸਿੱਖ ਤੇ ਯਕੀਨ ਸੀ ਤੇ ਇਹ ਦੋਵੇਂ ਭਰਾ ਸੱਤਾ ਤੇ ਬਲਵੰਡਾ ਵਾਪਸ ਆ ਗਏ ਕਰਨ। ਹੁਣ ਭਾਈ ਲੱਦਾ ਉਹੀ ਕੰਮ ਕਰਨ ਲੱਗਾ ਜੋ ਸੱਚੇ ਪਾਤਸ਼ਾਹ ਨੇ ਆਖਿਆ ਸੀ। ਫਿਰ ਟੁੱਟੇ ਛਿੱਤਰ ਰੂੜੀਆਂ ਤੋਂ ਇਕੱਠੇ ਕੀਤੇ, ਉਹਨਾਂ ਛਿੱਤਰਾਂ ਦਾ ਹਾਰ ਬਣਾਇਆ, ਇੱਕ ਢੋਲ ਵਾਲੇ ਨੂੰ ਸੱਦਿਆ, ਮੂੰਹ ਕਾਲਾ ਕੀਤਾ ਤੇ ਗਧੇ ਤੇ ਅਸਵਾਰੀ ਕੀਤੀ ਹੈ। ਢੋਲ ਵੱਜਦਾ ਹੈ, ਗਲ ਛਿੱਤਰਾਂ ਦਾ ਹਾਰ ਤੇ ਸੱਤੇ ਬਲਵੰਡੇ ਨੂੰ ਬਖਸ਼ਾਉਣ ਵਾਸਤੇ ਲਾਹੌਰੋਂ ਤੁਰ ਪਏ। ਆਪਾਂ ਗੱਲ ਛੇਤੀ ਮੁਕਾ ਦੀ ਹੈ। ਲਾਹੌਰੋਂ ਤੁਰਿਆ ਤੇ ਅੰਮ੍ਰਿਤਸਰ ਸਾਹਿਬ ਆ ਗਿਆ। ਢੋਲ ਦੀ ਆਵਾਜ਼ ਸੱਚੇ ਪਾਤਸ਼ਾਹ ਦੇ ਕੰਨਾਂ ਵਿੱਚ ਗਈ।
ਆਂਦੇ ਨੇ ਆਵਾਜ਼ ਕਿੱਧਰੋਂ ਆਉਂਦੀ ਹੈ। ਜਿਹੜਿਆਂ ਸਿੱਖਾਂ ਨੂੰ ਪਤਾ ਸੀ ਉਹ ਕਹਿੰਦੇ ਜੀ ਸੱਤੇ ਬਲਵੰਡੇ ਨੂੰ ਬਖਸ਼ਾਉਣ ਵਾਸਤੇ ਭਾਈ ਲੱਧਾ ਆ ਰਿਹਾ ਹੈ ਤੇ ਆ ਉਸੇ ਤਰੀਕੇ ਨਾਲ ਰਿਹਾ ਹੈ ਜਿਵੇਂ ਆਪ ਜੀ ਨੇ ਆਖਿਆ ਸੀ। ਮੈਂ ਕੀ ਆਖਿਆ ਸੀ? ਸੱਚੇ ਪਾਤਸ਼ਾਹ ਨੂੰ ਯਾਦ ਆਇਆ। ਜਦੋਂ ਯਾਦ ਆਇਆ ਤੇ ਭੱਜੇ ਨੰਗੇ ਚਰਨੀ ਉਸ ਬੰਨੇ। ਭਾਈ ਲੱਧਾ ਗਧੇ ਤੇ ਸਵਾਰ ਹੈ, ਗਲ ਛਿੱਤਰਾਂ ਦਾ ਹਾਰ ਹੈ, ਕਾਲਾ ਮੂੰਹ ਕੀਤਾ ਹੈ। ਸੱਚੇ ਪਾਤਸ਼ਾਹ ਨੇ ਕੁੱਟ ਕੇ ਜਾ ਕੇ ਜੱਫੀ ਪਾ ਲਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕੁੱਟ ਕੇ ਜੱਫੀ ਵਿੱਚ ਲੈ ਲਿਆ। ਆਂਦੇ ਨੇ ਉਹ ਭਾਈ ਲੱਧਾ ਇਹ ਕੀ ਕੀਤਾ ਜੀ? ਆਂਦਾ ਜੀ ਆਪ ਜੀ ਦਾ ਹੁਕਮ ਸੀ। ਸਾਹਿਬ ਕਹਿੰਦੇ ਨੇ ਉਹ ਸਿਣਿਆ ਭੇਜ ਦਿੰਦਾ। ਆਂਦਾ ਜੀ ਜੇ ਸਿਣਿਆ ਭੇਜ ਦਿੰਦਾ ਫਿਰ ਆਪ ਜੀ ਦਾ ਬਚਨ ਨਹੀਂ ਸੀ ਮੰਨਿਆ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਛੇਤੀ ਕਰ, ਚੱਲ ਮੈਂ ਤੇਰਾ ਇਸ਼ਨਾਨ ਕਰਾਵਾਂ। ਇਸ ਹਾਲਾਤ ਵਿੱਚ ਮੈਥੋਂ ਵੇਖਿਆ ਨਹੀਂ ਜਾਂਦਾ। ਆਂਦਾ ਜੀ ਇਸ਼ਨਾਨ ਤਾਂ ਕਰਾਂਗਾ, ਇਸ ਗਧੇ ਤੋਂ ਥੱਲੇ ਤਾਂ ਉਤਰਾਂਗਾ, ਪਹਿਲਾਂ ਮੇਰੇ ਨਾਲ ਵਾਅਦਾ ਕਰੋ ਕਿ ਮੈਂ ਸੱਤੇ ਬਲਵੰਡੇ ਨੂੰ ਬਖਸ਼ ਦਿਆਂਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੱਫੀ ਵਿੱਚ ਲੈ ਕੇ ਕਹਿੰਦੇ ਨੇ ਹੋਰ ਦੱਸ ਕੀ ਮਨਾਉਣਾ। ਮੈਂ ਬਲਿਹਾਰ ਜਾਵਾਂ ਉਹ ਸਿੱਖਾ ਤੇਰੇ ਤੋਂ। ਧੰਨ ਤੇਰੀ ਮਾਤਾ, ਧੰਨ ਤੇਰਾ ਪਿਤਾ। ਏਡੀ ਵੱਡੀ ਕਮਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਹੀ ਇਸ਼ਨਾਨ ਕਰਵਾਇਆ ਤੇ ਆਪਣੀ ਪੁਸ਼ਾਕ ਪਵਾਈ। ਉਧਰ ਸੁਨੇਹਾ ਭੇਜ ਦਿੱਤਾ ਵੀ ਜਾਓ ਸੱਤੇ ਬਲਵੰਡੇ ਨੂੰ ਸੱਦ ਕੇ ਲਿਆਓ। ਉਹਨਾਂ ਨੂੰ ਸੱਦ ਕੇ ਲਿਆਂਦਾ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੜੇ ਸਮੇਂ ਬਾਅਦ ਆਏ ਸਨ ਤੇ ਚਰਨਾਂ ਤੇ ਸਿਰ ਰੱਖ ਕੇ ਉੱਚੀ ਉੱਚੀ ਡਾਡਾ ਮਾਰ ਕੇ ਰੋਏ। ਮਹਾਰਾਜ ਸਾਡੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੈ, ਬੜੀ ਭੁੱਲ ਹੋਈ ਹੈ। ਆਪ ਜੀ ਨਾਲੋਂ ਵਿਛੜ ਕੇ ਬੜੀਆਂ ਤਕਲੀਫਾਂ ਆਈਆਂ ਨੇ ਸਾਡੇ ਸਾਹਮਣੇ। ਮਹਾਰਾਜ ਕਿਰਪਾ ਕਰੋ, ਬਖਸ਼ ਲਓ। ਤੇ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਨੇ, ਆਂਦੇ ਨੇ ਬਖਸ਼ੇ। ਗੁਰਮੁਖ ਬਖਸ਼ਦਾ ਹੈ ਸਤਿਗੁਰੂ ਤੇ ਜਾਂ ਬਖਸ਼ਦੇ ਨੇ ਮਾਪੇ। ਧਿਆਨ ਦੇਣਾ ਮੇਰੀ ਗੱਲ ਵੱਲੇ। ਜਾਂ ਸਤਿਗੁਰੂ ਬਖਸ਼ਦਾ ਹੈ ਤੇ ਜਾਂ ਮਾਪੇ ਬਖਸ਼ਦੇ ਨੇ। ਬਾਕੀ ਕਰੀਬ ਸਾਰੇ ਫਸਾਉਣ ਵਾਲੇ ਹੁੰਦੇ ਨੇ। ਬਖਸ਼ਣਹਾਰ ਮਾਪੇ ਨੇ, ਬਖਸ਼ਣਹਾਰ ਸਤਿਗੁਰੂ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਬਖਸ਼ੇ। ਜਦੋਂ ਬਖਸ਼ੇ ਆਖਿਆ ਇਹਨਾਂ ਦੀ ਜਾਨ ਵਿੱਚ ਜਾਨ ਆਈ। ਆਂਦੇ ਮਹਾਰਾਜ ਸਾਡੀ ਸਰੀਰਕ ਹਾਲਤ ਤੱਕੋ ਕਿੱਡੀ ਨਿਢਾਲ ਹੋ ਗਈ ਹੈ। ਸਰੀਰਕ ਹਾਲਤ, ਸਰੀਰ ਸੁੱਜ ਗਏ ਨੇ। ਸਾਹਿਬ ਕਹਿੰਦੇ ਨੇ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰੋ। ਇਸ਼ਨਾਨ ਕੀਤਾ, ਸਾਹਿਬਾਂ ਦੇ ਚਰਨਾਂ ਵਿੱਚ ਆਏ। ਮਹਾਰਾਜ ਅੰਦਰ ਸਰਦਾ ਹੈ, ਹਿਰਦਾ ਸਰਦਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤਾਂ ਸਰਦਾ ਹੈ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕੀਤੀ ਹੈ, ਹੁਣ ਲਿਖਤੀ ਰੂਪ ਵਿੱਚ ਸਿਫਤ ਕਰੋ। ਆਂਦੇ ਨੇ ਮਹਾਰਾਜ ਸਾਡੇ ਕੋਲ ਇੰਨੀ ਕਲਾ ਨਹੀਂ, ਇੰਨਾ ਦਿਮਾਗ ਨਹੀਂ ਕਿ ਅਸੀਂ ਲਿਖਤੀ ਰੂਪ ਵਿੱਚ ਆਪ ਜੈਸੀ ਬਾਣੀ ਉਚਾਰ ਸਕੀਏ। ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਵੀ ਉਹ ਕਲਮ ਸਤਿਗੁਰਾਂ ਨੇ ਦੋਵਾਂ ਭਰਾਵਾਂ ਦੀ ਜ਼ੁਬਾਨ ਤੇ ਲਾਈ। ਤੇ ਤੁਸੀਂ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ ਜਿਹੜੀ ਰਾਮਕਲੀ ਦੀ ਆਵਾਜ਼ ਸੱਤੇ ਬਲਵੰਡੇ ਨੇ ਉਚਾਰੀ ਉਹ ਹੱਦ ਕਰ ਦਿੱਤੀ, ਇੰਨੀ ਸਿਫਤ ਕੀਤੀ ਲਿਖਤੀ ਰੂਪ ਵਿੱਚ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਪ੍ਰਵਾਨ ਹੋਏ ਤੇ ਬ੍ਰਹਮ ਗਿਆਨੀ ਭਾਈ ਲੱਧਾ ਜੀ ਦੀ ਮਹਿਮਾ, ਜੀ ਦੀ ਸੋਭਾ ਚਾਰ ਚਫੇਰੇ ਖਿਲਰ ਗਈ ਵੀ ਸਾਧ ਹੋਵੇ, ਸਾਧੂ ਹੋਵੇ ਤੇ ਇਹੋ ਜਿਹਾ ਹੋਵੇ। ਉਹ ਵਿਛੜੇ ਫਿਰਦੇ ਸਨ ਸਿੱਖ, ਬੜੇ ਦੁੱਖ ਪਾਏ ਸਨ ਉਹਨਾਂ ਨੇ। ਭਾਈ ਲੱਧੇ ਨੇ ਉਹ ਕੁਰਬਾਨੀ ਕੀਤੀ, ਸਤਿਗੁਰਾਂ ਦਾ ਹੁਕਮ ਮੰਨ ਕੇ ਉਸੇ ਰੂਪ ਵਿੱਚ ਆਇਆ ਤੇ ਉਹਨਾਂ ਨੂੰ ਬਖਸ਼ਾਇਆ। ਇਹ ਹੈ ਸਾਧ ਦਾ ਰੂਪ। ਅਸਲੀ ਸਾਧ ਦਾ ਰੂਪ ਇਹ ਹੈ ਕਿ ਜਿਹੜਾ ਕਿਸੇ ਦਾ ਦੁੱਖ ਸਹਾਰ ਨਹੀਂ ਸਕਦਾ। ਮੁਰਸ਼ਿਦਿਓ ਸਹਿੜੀਏ ਓ ਮੁਰਸ਼ਿਦਿਓ ਸਹਿੜੀਏ ਤੇ ਜਿਹੜਾ ਦੋ ਜਗ ਖੁਸ਼ੀ ਵਖਾਵੇ ਹੂ ਪਹਿਲੇ ਗਮ ਟੁਕੜੇ ਦਾ ਮਿਟੇ, ਪਹਿਲੇ ਗਮ ਟੁਕੜੇ ਦਾ ਮਿਟੇ ਓਏ ਵਤ ਰੱਬ ਦਾਰਾ ਸਜਾਵੇ ਹੂ ਕਲਰਵਾ
ਉਹ ਕੰਦੀ ਨੂੰ ਚਾ ਕਲਰ ਵਾਲੀ ਓਏ ਕੰਦੀ ਨੂੰ ਚਾ ਓਏ ਚਾਂਦੀ ਖਾਸ ਬਣਾਵੇ ਹੂ ਜਿਸ ਮੁਰਸ਼ਿਦ ਇੱਥੇ ਕੁਝ ਨਾ ਕੀਤਾ ਜਿਸ ਮੁਰਸ਼ਿਦ ਇੱਥੇ ਕੁਝ ਨਾ ਕੀਤਾ ਤੇ ਉਹ ਕੂੜੇ ਲਾਰੇ ਹਾਏ ਲਾਵੇ ਹੂ ਤੇ ਉਹ ਕੂੜੇ ਲਾਰੇ ਲਾਵੇ ਹੂ। ਸੋ ਜੋ ਅੱਜ ਦਾ ਪ੍ਰੋਗਰਾਮ ਹੈ, ਸਮਾਗਮ ਹੈ, ਮਹਾਂਪੁਰਸ਼ਾਂ ਦੀ ਯਾਦ ਵਿੱਚ ਬਾਬਾ ਬੰਤਾ ਸਿੰਘ ਜੀ ਗੁਰਾਇਆ ਸਾਹਿਬ, ਉਹਨਾਂ ਦੀ ਯਾਦ ਵਿੱਚ ਇਹ ਦੂਸਰੀ ਬਰਸੀ ਹੈ। ਪਹਿਲੇ ਸਾਲ ਵੀ ਸਾਨੂੰ ਹੁਕਮ ਕੀਤਾ ਮਹਾਂਪੁਰਸ਼ਾਂ ਨੇ, ਮੌਜੂਦਾ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਜਿਹੜੇ ਸੇਵਾ ਤੇ ਸਿਮਰਨ ਸਾਧ ਸੰਗਤ ਤੋਂ ਕਰਵਾਉਂਦੇ ਨੇ, ਸਤਿਗੁਰਾਂ ਦੇ ਚਰਨਾਂ ਨਾਲ ਸੰਗਤ ਨੂੰ ਜੋੜਦੇ ਨੇ, ਉਹਨਾਂ ਨੇ ਪਹਿਲਾਂ ਵੀ ਹੁਕਮ ਕੀਤਾ, ਪਹਿਲੀ ਬਰਸੀ ਤੇ ਤੁਹਾਡੀ ਹਾਜ਼ਰੀ ਅਸਾਂ ਭਰੀ ਸੇਵਾ ਕੀਤੀ। ਹੁਣ ਦੂਸਰੀ ਵਾਰ ਫਿਰ ਹੁਕਮ ਲਾਇਆ ਉਹਨਾਂ ਨੇ ਔਰ ਤੁਹਾਡੇ ਸਾਧ ਸੰਗਤ ਦੇ ਅਸਾਂ ਚਰਨ ਝਾੜ ਕੇ ਸੇਵਾ ਕੀਤੀ ਹੈ। ਇਤਿਹਾਸ ਬੋਲਦੇ ਆ, ਬੇਅੰਤ ਭੁੱਲਾਂ ਬੇਅੰਤ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਬੜਾ ਵਧੀਆ ਚੈਨਲ MP TV ਕਰਨਾਲ ਵਾਲੇ ਜਿਹੜੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਨੇ, ਬੜੀ ਬਖਸ਼ਿਸ਼ ਹੈ ਇਹਨਾਂ ਚੈਨਲ ਵਾਲਿਆਂ ਤੇ, ਬੜੀ ਦੂਰ ਦੂਰ ਜਾ ਕੇ ਜਿਨ੍ਹਾਂ ਨੇ ਬੜੇ ਧਾਰਮਿਕ ਪ੍ਰੋਗਰਾਮ ਇਸ ਤਰ੍ਹਾਂ ਸੰਗਤਾਂ ਤੱਕ ਪਹੁੰਚਾਏ ਨੇ, ਬੜਾ ਵੱਡਾ ਉਹਨਾਂ ਦਾ ਉਪਰਾਲਾ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਤਿਹਾਸ ਬੋਲਦੇ ਆ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਸਤਿਗੁਰਾਂ ਦਾ ਕੋਟਨ ਕੋਟ ਧੰਨਵਾਦ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ, ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ, ਜਿਨ੍ਹਾਂ ਦੀ ਕਿਰਪਾ ਦੇ ਨਾਲ ਤੁਹਾਡੀ ਸੇਵਾ ਕੀਤੀ ਹੈ। ਕਿਉਂਕਿ ਸਾਡੇ ਕੋਲ ਜਿਹੜੀ ਕਵੀਸ਼ਰੀ ਹੈ ਨਾ, ਇਹ ਨਹੀਂ ਵੀ ਇਕੱਲੇ ਅਸੀਂ, ਦੁਨੀਆ ਭਰ ਵਿੱਚ ਜਿੰਨੇ ਵੀ ਕਵੀਸ਼ਰ ਨੇ, ਜਿਹੜੇ ਢਾਡੀ ਨੇ, ਉਹਨਾਂ ਤੇ ਛੇਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਕੀਰਤਨ ਤੇ ਪਹਿਲਾਂ ਹੀ ਹੋ ਰਿਹਾ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਬਖਸ਼ਿਸ਼ ਰਹੀ ਔਰ ਕਵੀ ਤੇ ਕਵੀਸ਼ਰਾਂ ਤੇ ਕਿਰਪਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ। ਜਿੰਨੇ ਵੀ ਕਵੀਸ਼ਰ ਨੇ ਦੁਨੀਆ ਭਰ ਵਿੱਚ, ਜਦੋਂ ਕਵੀਸ਼ਰੀ ਪੇਸ਼ ਕਰਦੇ ਨੇ ਨਾ, ਇਹਦੇ ਵਿੱਚੋਂ ਇੱਕ ਸ਼ਕਤੀ ਪੈਦਾ ਹੁੰਦੀ ਹੈ, ਉਹ ਸ਼ਕਤੀ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਭਰੀ। ਸਾਡੇ ਕੋਲ ਆਪਣਾ ਕੁਝ ਨਹੀਂ, ਇਹ ਗੁਰੂ ਦਸਮ ਪਾਤਸ਼ਾਹ ਦਾ ਪ੍ਰਸ਼ਾਦ ਹੈ ਸਾਡੇ ਕੋਲ, ਜਿਹੜਾ ਅਸੀਂ ਸੰਗਤ ਵਿੱਚ ਵਰਤਾਉਂਦੇ ਹਾਂ। ਇਹ ਕਵੀਸ਼ਰੀ ਉਹਨਾਂ ਦੀ ਕਿਰਪਾ ਦੇ ਨਾਲ, ਉਹਨਾਂ ਦੀ ਬਖਸ਼ਿਸ਼ ਦੇ ਨਾਲ ਹੁੰਦੀ ਹੈ। 52 ਕਵੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹੇ ਸਨ। ਹਰ ਪੁੰਨਿਆ ਵਾਲੀ ਰਾਤ ਪੌਂਟਾ ਸਾਹਿਬ ਕਵੀ ਦਰਬਾਰ ਹੁੰਦਾ ਸੀ, ਜਮਨਾ ਦੇ ਕੰਢੇ ਦੇ ਉੱਤੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿੱਚ ਬਹਿ ਕੇ ਸੁਣਦੇ ਸਨ, ਜਿੱਥੇ ਸਾਰੀਆਂ ਬਾਣੀਆਂ ਉਚਾਰੀਆਂ, ਜਾਪ ਸਾਹਿਬ, ਚੰਡੀ ਚਰਿੱਤਰ, ਚੰਡੀ ਦੀ ਵਾਰ, ਉਗਰਦੰਤੀ, ਇਹ ਦਸਮ ਪਾਤਸ਼ਾਹ ਮਹਾਰਾਜ ਨੇ ਆਪ ਛੰਦ ਵੀ ਉਚਾਰਦੇ ਸਨ। ਜਿਹੜੇ ਸੱਜਣ ਜਾਪ ਸਾਹਿਬ ਪੜ੍ਹਦੇ ਨੇ, ਸਾਰੀ ਜਾਪ ਸਾਹਿਬ ਦੀ ਬਾਣੀ ਛੰਦਾਂ ਵਿੱਚ। ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਪੇ ਪੂਤੇ, ਚਤਰ ਚੱਕਰਵਰਤੀ ਚਤਰ ਚਗਰ ਭੁਗਤੇ, ਸੋ ਯਮ ਭਵ ਸੁਭੰਗ ਸਰਬਦਾ ਸਰਬ ਜੁਗਤੇ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਾਣੀ। ਚਾਚਰੀ ਸ਼ੰਤਾ ਪ੍ਰਸਾਦ ਗੋਬਿੰਦੇ ਮੁਕੰਦੇ, ਉਧਾਰੇ ਅਪਾਰੇ ਹਰਿਯੰਗ ਕਰਿਯੰਗ ਨਿਰਨਾਮੇ ਅਕਮ। ਮੇਰੇ ਕਹਿਣ ਤੋਂ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਵੀ ਦਰਬਾਰ ਬਹਿ ਕੇ ਸੁਣਦੇ ਸਨ। ਕਵੀ ਤੇ ਕਵੀਸ਼ਰ ਇਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਦੇਣ ਹੈ, ਉਹਨਾਂ ਦਾ ਪ੍ਰਸ਼ਾਦ ਸਾਡੇ ਕੋਲ ਹੈ, ਜਿਹੜਾ ਅਸੀਂ ਸੰਗਤ ਵਿੱਚ ਲਿਆ ਕੇ ਵਰਤਾਉਂਦੇ ਹਾਂ, ਉਹਨਾਂ ਦੀ ਬਖਸ਼ਿਸ਼ ਦੇ ਨਾਲ। ਸੋ ਦਿੱਤਾ ਹੋਇਆ ਸਮਾਂ ਸਮਾਪਤ। ਪ੍ਰਬੰਧਕ ਸੱਜਣਾ ਦਾ ਕੋਟਨ ਕੋਟ ਧੰਨਵਾਦ, ਜਿਨ੍ਹਾਂ ਨੇ ਸਾਧ ਸੰਗਤ ਦੇ ਦਰਸ਼ਨ ਕਰਵਾਏ, ਔਰ ਸਾਡੇ ਵੀਰ ਸੂਬਾ ਸਿੰਘ, ਉਹਨਾਂ ਨੇ ਹੁਕਮ ਲਾਇਆ, ਉਹਨਾਂ ਦਾ ਵੀ ਧੰਨਵਾਦ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਇੱਥੇ ਹੀ ਖਿਮਾ ਦੇ ਜਾਚਕ ਹਾਂ ਜੀ, ਦਾਸ ਭਾਈ ਪੰਜਾਬ ਸਿੰਘ ਪੰਜਾਬ, ਛੋਟੇ ਵੀਰ ਭਾਈ ਹੀਰਾ ਸਿੰਘ ਹੀਰਾ, ਭਾਈ ਗੁਰਚਰਨ ਸਿੰਘ, ਪਿੰਡ ਸੰਤ ਨਗਰ, ਜ਼ਿਲ੍ਹਾ ਸਰਸਾ, ਹਰਿਆਣਾ। ਹੋਈਆਂ ਭੁੱਲਾਂ ਦੀ ਮੁਆਫੀ ਦਿਓ, ਪਿਆਰ ਦਾ ਸਬੂਤ ਖਾਲਸਾ ਜੀ। ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।